ਮੁਲਕ ਦੇ ਵਿੱਚ ਹੁਣ 17 ਸਾਲ ਦੀ ਉਮਰ ਦੇ ਨੌਜਵਾਨ ਵੀ ਆਪਣੀ ਵੋਟ ਬਣਵਾ ਸਕਦੇ ਨੇ। ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਅੱਜ ਪੂਰੇ 2 ਮਹੀਨੇ ਹੋ ਚੁੱਕੇ ਨੇ, ਪਰ ਪੁਲਿਸ ਦੀ ਜਾਂਚ ਉੱਥੇ ਹੀ ਜਾਮ ਹੋਈ ਪਈ ਹੈ। ਮਾਪਿਆਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਕੈਬਨਿਟ ਦੀ ਬੈਠਕ ਦੇ ਵਿੱਚ ਬੜੇ ਅਹਿਮ ਫੈਸਲੇ ਲਏ ਨੇ। ਸਭ ਤੋਂ ਵੱਡਾ ਫੈਸਲਾ ਹੈ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ 100 कैदियां नूं रिहा किया जाऊगा। किहड़े कैदी रिहा किए जाणगे ਉਹ ਅਸੀਂ ਤੁਹਾਨੂੰ ਬੁਲੇਟਿਨ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਸਰਕਾਰ ਨੇ ਕੀ ਅਹਿਮ ਫੈਸਲਾ ਲਿਆ ਹੈ ਤੇ ਕਿਹੜੇ ਮੁੱਦੇ ਨੂੰ ਲੈ ਕੇ ਸਰਕਾਰ ਘਿਰੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹੀ ਜ਼ਿਲ੍ਹੇ ਤੋਂ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਜਾਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਸ਼ਹੀਦ ਭਗਤ ਸਿੰਘ ਦੇ ਮਸਲੇ ਦੇ ਉੱਤੇ ਵਿਵਾਦ ਦੇ ਉੱਤੇ ਕੀ ਕੁਝ ਜਵਾਬ ਦਿੱਤੇ ਨੇ, ਸਾਰੇ ਜਵਾਬ ਇਸ ਬੁਲੇਟਿਨ ਦੇ ਵਿੱਚ ਦੱਸਾਂਗੇ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਸਾਡੇ ਮੁਲਕ ਦੇ ਨੁਮਾਇੰਦੇ ਕਿਵੇਂ ਜਲੂਸ ਕੱਢ ਰਹੇ ਨੇ ਉਹ ਵੀ ਤੁਹਾਨੂੰ ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੇ ਦਿਨ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਕਿ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਉੱਚ ਸੁਰੱਖਿਆ ਦੀ ਸੂਚੀ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸੀਐਮ ਨਾਲੋਂ ਵੀ ਵੱਧ ਸੁਰੱਖਿਆ ਮਿਲੀ ਹੋਈ ਹੈ। उन्होंने करोड़ों की सुरक्षा चड्डा ते केजरीवाल तो वापस लैण दी मंग भी की है। इस मंग दे नाल की तुसीं सहमत हो तो साडे 87% दर्शकों ने खैरा की इस मंग दे नाल सहमति जताई है, जबकि 12% दर्शक असहमत भी हैं। माफ करना 13% दर्शक असहमत भी हैं। अज दी लोक राय है कि पंजाब सरकार ने श्री गुरु तेग बहादुर साहिब के 400 साला प्रकाश पुरब मौके 90% सज़ा पूरी करने वाले कैदियों विचों 100 कैदियों नूं रिहा करन दा ऐलान किया है। सरकार इस फैसले दे नाल की तुसी खुश हो, सहमत हो यस या हाँ लिखियो, सहमत नहीं हो नो या ना लिखियो। खबरां विस्तार दे नाल ते गल पहला पंजाब दी करांगे। पंजाब दी खबरां दे विच सब तो पहली खबर नौजवानों के वोट हक दे नाल जुड़ी हुई है। भारतीय चोण कमिशन ने नवीं हदायतां जारी कीतियां ने, जिन्हां दे मुताबिक हुण 17 साल तो वध उम्र के नौजवान ते मुटियारां भी वोटर सूची विच नाम दर्ज कराउण लई अर्जियां दे सकदे ने। पहला 18 साल के नौजवान ही अपनी वोट बनवाउण दे लई अपील कर सकदे सन, पर हुण नियमां दे विच सोध की गई है। हुण वोटर सूची दे विच अपना नाम दर्ज करवाउण दे लई 18 साल की उम्र होण तक दी उड़ीक नहीं करनी पेगी। भारत के मुख चोण कमिश्नर राजीव कुमार अते चोण कमिश्नर अनूप चंद्र पांडे ने सारे सूबिਆਂ ਦੇ CEO, EROs ਅਤੇ AEROs ਨੂੰ निर्देश ਦਿੱਤੇ ਨੇ कि ਉਹ ਅਜਿਹਾ ਟੈਕਨੋਲੋਜੀ ਹੱਲ ਤਿਆਰ ਕਰਨ ਜਿਹਦੇ ਨਾਲ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਅਪਲਾਈ ਕਰਨ ਦੀ ਸਹੂਲਤ ਮਿਲੇ। ਯਾਨੀ ਕਿ ਹੁਣ ਤੁਸੀਂ 18 ਸਾਲ ਤੋਂ ਪਹਿਲਾਂ ਯਾਨੀ ਕਿ 17 ਤੋਂ 18 ਸਾਲ ਦੇ ਵਿਚਾਲੇ ਦੀ ਉਮਰ ਦੇ ਵਿੱਚ ਹੀ ਵੋਟਿੰਗ ਦੇ ਹੱਕਦਾਰ ਜਿਹੜੇ ਨੇ ਉਹ ਤੁਸੀਂ ਹੋ ਸਕਦੇ ਹੋ, ਵੋਟ ਪਾਉਣ ਦੇ ਹੱਕਦਾਰ ਤੁਸੀਂ ਹੋ ਸਕਦੇ ਹੋ। ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਦਿੱਲੀ ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਸਨ। ਦਿੱਲੀ ਤੋਂ ਆਉਣ ਤੋਂ ਬਾਅਦ ਉਹਨਾਂ ਨੇ ਕੈਬਨਿਟ ਬੈਠਕ ਕੀਤੀ ਹੈ। ਇਸ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਇਹਨਾਂ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਉਹਨਾਂ ਜੇਲ੍ਹ ਕੈਦੀਆਂ ਦੇ ਪਰਿਵਾਰਾਂ ਦੇ ਲਈ ਹੈ ਜਿਨ੍ਹਾਂ ਨੂੰ ਸਰਕਾਰ ਨੇ ਰਿਹਾ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਕਿ ਜਿਨ੍ਹਾਂ ਕੈਦੀਆਂ ਨੇ ਆਪਣੀ 90% ਸਜ਼ਾ ਪੂਰੀ ਕਰ ਲਈ ਹੈ ਉਹਨਾਂ ਦੇ ਵਿੱਚੋਂ 100 ਕੈਦੀਆਂ ਨੂੰ ਰਿਹਾ ਕੀਤਾ ਜਾਊਗਾ। ਇਸ ਤੋਂ ਇਲਾਵਾ 15 ਅਗਸਤ ਮੌਕੇ 50% ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਔਰਤਾਂ ਅਤੇ ਹੈਂਡੀਕੈਪ ਕੈਦੀਆਂ ਨੂੰ ਵੀ ਛੱਡ ਦਿੱਤਾ ਜਾਊਗਾ। ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਵੀ ਅਹਿਮ ਐਲਾਨ ਕੀਤਾ ਹੈ। मीटिंग तो बाद मुख्यमंत्री ने कहा कि सरकार 1 अक्तूबर तो झोने की खरीद शुरू करेगी। सरकार झोने नूं लैके पॉलिसी भी तैयार कर रही है, जिस विच झोने नूं किवें मिल्लां ते शैलरां तक लिजाया जाऊगा इसकी नीति बनूगी। इस बारी सरकार ने झोने की बिजाई दौरान 2 वड्डे फैसले लए ने। पहला यह सी कि झोने की बिजाई तो पहलां जिहड़े किसानां ने मूंगी बीजी सी उन्हां दी फसल पंजाब सरकार ने MSP ते खरीदी। इस तो इलावा जिन्हां किसानां ने पानी बचाउण लई झोने की लवाई वेले सिद्धी फसल बीजी उन्हां नूं 1500 रुपये प्रति एकड़ के हिसाब नाल मदद दित्ती गई। भारत सरकार ने 2022-23 दे लई झोने की MSP दे विच 100 रुपये का वाधा करके 2040 रुपये प्रति क्विंटल इस नूं कर दित्ता सी। प्रधानमंत्री नरेंद्र मोदी की प्रधानगी हेठ CCEA दी मीटिंग दौरान सारियां फसलों की MSP तय की गई सी। गुरु तेग बहादुर जी के 400 साला प्रकाश उत्सव से लगभग 100 के करीब वो कैदी
ਜਿਹੜੇ ਜਾਂ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਜਿਹੜੇ 90% ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਾਂ ਹੈਂਡੀਕੈਪਡ ਨੇ, ਜੋ ਵੀ ਉਸ ਪਾਲਿਸੀ ਦੇ ਅੰਡਰ ਆਉਂਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ। ਗੁਰੂ ਸਾਹਿਬ ਦੇ 400 ਸਾਲਾਂ ਦੇ ਸੰਬੰਧ 'ਚ 15 ਅਗਸਤ ਵਾਲੇ ਅਲੱਗ ਨੇ, ਜਿਹਦੇ ਵਿੱਚ 50 ਸਾਲ ਤੋਂ ਉੱਪਰ ਦੀਆਂ ਔਰਤਾਂ ਜਿਨ੍ਹਾਂ ਦੀ ਸਜ਼ਾ 50% ਤੋਂ ਉੱਪਰ ਉਹਨਾਂ ਨੇ ਕੱਟ ਲਈ ਜਾਂ ਹੈਂਡੀਕੈਪਡ ਨੇ, ਤਾਂ ਉਹਨਾਂ ਨੂੰ ਵੀ 75ਵੇਂ ਆਜ਼ਾਦੀ ਦਿਵਸ 'ਤੇ ਜਿਹੜਾ ਜੇਲ੍ਹ ਤੋਂ ਛੁਟਕਾਰਾ ਮਿਲੂਗਾ, ਉਹਨਾਂ ਨੂੰ ਆਜ਼ਾਦ ਕੀਤਾ ਜਾਊਗਾ। ਲਗਭਗ 64-65 ਮਹਿਲਾਵਾਂ ਫਿਲਹਾਲ ਸਪੌਟ ਹੋਈਆਂ ਨੇ। ਜੇ ਹੋਰ ਵੀ ਹੋਈਆਂ ਤਾਂ ਅਸੀਂ ਉਹਨਾਂ ਨੂੰ, ਇਹਦੇ 'ਚ ਕੋਈ ਲਿਮਿਟ ਨਹੀਂ ਹੈਗੀ। 28 ਜੁਲਾਈ ਨੂੰ ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਪੂਰੇ 2 ਮਹੀਨੇ ਹੋ ਗਏ ਨੇ। 29 ਮਈ ਦਾ ਉਹ ਐਤਵਾਰ ਸੀ ਜਦੋਂ ਸਿੱਧੂ ਮੂਸੇਵਾਲੇ ਨੂੰ 5:30 ਵਜੇ ਦੇ ਕਰੀਬ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਭਿਆਨਕ ਤਰੀਕੇ ਦੇ ਨਾਲ ਘੇਰ ਕੇ ਗੋਲੀਆਂ ਮਾਰ ਕੇ ਥਾਂ ਤੇ ਹੀ ਮਾਰ ਦਿੱਤਾ ਗਿਆ ਸੀ। ਹਾਲਾਂਕਿ ਸਿੱਧੂ ਮੂਸੇਵਾਲੇ ਨੂੰ ਹਸਪਤਾਲ ਵੀ ਲਿਜਾਇਆ ਗਿਆ, ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ, ਪਰ ਬਾਅਦ ਵਿੱਚ ਆਈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਸਿੱਧੂ ਮੂਸੇਵਾਲੇ ਦਾ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੈ ਜਿਹੜੀ ਉਹ ਹੋ ਚੁੱਕੀ ਸੀ। 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲੇ ਦੇ ਕਤਲकांड ਦੀ ਗੁੱਥੀ ਸੁਲਝਾ ਨਹੀਂ ਸਕੀ ਹੈ ਪੁਲਿਸ ਸਬੂਤਾਂ ਦੇ ਆਧਾਰ ਤੇ। ਹਾਲਾਂਕਿ ਪਹਿਲੇ ਦਿਨ ਹੀ ਸਭ ਕੁਝ ਸਾਫ਼ ਹੋ ਗਿਆ ਸੀ, ਸਪਸ਼ਟ ਹੋ ਗਿਆ ਸੀ, ਕਾਤਲ ਸਾਹਮਣੇ ਆ ਗਏ ਸੀ। ਗੋਲਡੀ ਬਰਾੜ ਨੇ ਕਹਿ ਦਿੱਤਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਮਰਵਾਇਆ ਹੈ। ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਵੀ ਸ਼ਰੇਆਮ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਤੋਂ ਅਸੀਂ ਆਪਣੇ ਭਰਾ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਹਾਲਾਂਕਿ ਵਿੱਕੀ ਮਿੱਡੂ ਖੇੜਾ ਕਤਲकांड ਦੇ ਵਿੱਚ ਵੀ ਕਈ ਮਹੀਨਿਆਂ ਦੇ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਸ ਦੇ ਵਿੱਚ ਨਾ ਹੀ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਆਇਆ ਹੈ ਕਿਤੇ ਮੁਲਜ਼ਮਾਂ ਦੇ ਵਜੋਂ, ਨਾ ਹੀ ਚਾਰਜਸ਼ੀਟ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਥਿਤ ਮੈਨੇਜਰ ਸ਼ਗਨਦੀਪ ਦਾ ਨਾਮ ਆਇਆ ਹੈ ਤੇ ਸਿੱਧੂ ਮੂਸੇਵਾਲੇ ਨੂੰ ਅਜਾਈਂ ਹੀ ਮਾਰ ਦਿੱਤਾ ਗਿਆ। ਜੋ ਗੋਲਡੀ ਬਰਾੜ ਨੇ ਇੰਟਰਵਿਊਜ਼ ਦਿੱਤੇ ਨੇ ਕਈ ਚੈਨਲਾਂ ਨੂੰ, ਵੱਖ-ਵੱਖ ਚੈਨਲਾਂ ਦੇ ਨਾਲ ਜੋ ਮੋਬਾਈਲ ਤੇ ਇੰਟਰਵਿਊ ਹੋਏ ਨੇ, ਖਾਸ ਕਰਕੇ ਰਿਤੇਸ਼ ਲੱਖੀ ਸੀਨੀਅਰ ਪੱਤਰਕਾਰ ਦੇ ਨਾਲ ਜੋ ਇੰਟਰਵਿਊ ਦਿੱਤਾ ਹੈ, ਉਸ ਦੇ ਵਿੱਚ ਸਾਰੀ ਗੱਲਬਾਤ ਤੋਂ ਸਾਫ਼-ਸਾਫ਼ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਧੂ ਮੂਸੇਵਾਲਾ ਗੈਂਗਸਟਰਾਂ ਦੀ ਈਨ ਨਹੀਂ ਮੰਨਦਾ ਸੀ, ਗੈਂਗਸਟਰਾਂ ਦੀ ਗੱਲ ਨਹੀਂ ਮੰਨਦਾ ਸੀ। ਇਸ ਕਰਕੇ ਸਿੱਧੂ ਮੂਸੇਵਾਲੇ ਨੂੰ ਉਸ ਦਾ ਜਿਹੜਾ ਸਿਲਾ ਹੈ ਉਹ ਇਹਨਾਂ ਗੈਂਗਸਟਰਾਂ ਦੀ ਹਕੂਮਤ ਦੇ ਵੱਲੋਂ ਦੇ ਦਿੱਤਾ ਗਿਆ। ਅਜਿਹੇ ਵਿੱਚ ਜ਼ਰੂਰ ਅਸੀਂ ਅਪੀਲ ਕਰਾਂਗੇ ਦਾ ਖਾਲਸ ਟੀਵੀ ਦੇ ਵੱਲੋਂ ਸਾਰੇ ਉਹਨਾਂ ਗੈਂਗਸਟਰਾਂ ਨੂੰ ਜਿਹੜੇ ਕਿ ਮਾਵਾਂ ਦੇ ਹੀ ਪੁੱਤ ਨੇ, ਮਾਵਾਂ ਨੇ ਹੀ ਆਪਣੀਆਂ ਕੁੱਖਾਂ ਦੇ ਵਿੱਚ ਉਹਨਾਂ ਨੂੰ ਜਨਮ ਦਿੱਤਾ ਹੈ। ਪੰਜਾਬ ਦੇ ਪੁੱਤ ਨੇ ਬਹੁਤ ਸਾਰੇ, ਬਹੁਤ ਹੀ ਲਾਇਕ ਪੁੱਤ ਹੁੰਦੇ ਸੀ, ਪਰ ਅੱਜ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਪਏ ਨੇ। ਆਖਿਰਕਾਰ ਅਜਿਹਾ ਕੀ ਹੈ ਇਸ ਗੈਂਗਸਟਰੀ ਵਾਲੀ ਜ਼ਿੰਦਗੀ ਦੇ ਵਿੱਚ ਜਿੱਥੇ ਤੁਹਾਡੀ ਜ਼ਿੰਦਗੀ ਦਾ ਅਖੀਰ ਮੌਤ ਹੀ ਹੋਣਾ ਹੈ। ਸਰਕਾਰ ਭਾਵੇਂ ਲੱਖ ਤੁਹਾਨੂੰ ਕਹੀ ਜਾਵੇ ਕਿ ਤੁਸੀਂ ਮੁੱਖ ਧਾਰਾ ਦੇ ਵਿੱਚ ਵਾਪਸ ਪਰਤ ਆਓ, ਫਿਰ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਅਜਿਹੇ ਕੇਸ ਨਿਕਲ ਆਉਂਦੇ ਨੇ ਕਿ ਤੁਸੀਂ ਸਾਰੀ ਜ਼ਿੰਦਗੀ ਇਸ ਦਲਦਲ ਦੇ ਵਿੱਚੋਂ ਨਿਕਲ ਨਹੀਂ ਸਕਦੇ। ਕਿਉਂ ਨਹੀਂ ਇਸ ਜ਼ਿੰਦਗੀ ਦੇ ਵਿੱਚ ਜਾਣ ਤੋਂ ਅਸੀਂ ਆਪਣੇ ਆਪ ਨੂੰ ਵਰਜਦੇ, ਜਾਂ ਫਿਰ ਜਿਹੜੇ ਵੀ ਨੌਜਵਾਨ ਹੁਣ ਇਸ ਦਲਦਲ ਦੇ ਵਿੱਚ ਧਸ ਚੁੱਕੇ ਨੇ ਉਹ ਕਿਉਂ ਨਹੀਂ ਕਿਸੇ ਤਰੀਕੇ ਦੇ ਨਾਲ ਵਾਪਸ ਮੁੱਖ ਧਾਰਾ ਦੇ ਵਿੱਚ ਆ ਸਕਦੇ। ਜਿਨ੍ਹਾਂ ਨੇ ਥੋੜੇ ਬਹੁਤੇ ਗੁਨਾਹ ਕੀਤੇ ਨੇ ਉਹ ਆਪਣੀਆਂ ਸਜ਼ਾਵਾਂ ਭੁਗਤ ਕੇ ਵਾਪਸ ਆਪਣੇ ਅਸਲੀ ਘਰਾਂ ਦੇ ਵਿੱਚ ਆ ਕੇ ਆਪਣੇ ਮਾਪਿਆਂ ਨੂੰ ਵੀ ਸੁੱਖ ਦੇਣ ਅਤੇ ਬਾਕੀ ਸੁਸਾਇਟੀ ਦੇ ਲਈ ਜੇ ਤੁਸੀਂ ਇੱਕ ਖਤਰਾ ਬਣੇ ਹੋਏ ਹੋ, ਉਹਨਾਂ ਦੀ ਜਾਨ ਦਾ ਖੌਅ ਬਣੇ ਹੋਏ ਹੋ, ਤਾਂ ਉਹ ਵੀ ਖਤਰਾ ਜਿਹੜਾ ਘੱਟ ਹੋ ਜਾਵੇ। ਹੈਗੇ ਸਾਰੇ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਧੀਆਂ ਪੁੱਤ ਨੇ, ਕਿਉਂਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਇਕੱਲੇ ਮੁੰਡੇ ਨਹੀਂ ਬਲਕਿ ਕੁੜੀਆਂ ਵੀ ਗੈਂਗਸਟਰੀ ਵਾਲੀ ਲਾਈਫ ਦੇ ਵਿੱਚ ਦਾਖਲ ਹੋ ਜਾਂਦੀਆਂ ਨੇ ਤੇ ਉੱਥੇ ਕਹਿੰਦੇ ਇੱਕ ਅੱਧੇ ਨੌਜਵਾਨ ਦੀ ਰੋਜ਼ਾਨਾ ਹੀ ਪੁਲਿਸ ਮੁਕਾਬਲੇ ਦੇ ਵਿੱਚ ਮੌਤ ਹੋ ਹੀ ਜਾਂਦੀ ਹੈ। ਸੋ ਜ਼ਰੂਰ ਅਸੀਂ ਅਪੀਲ ਕਰਦੇ ਹਾਂ ਕਿ ਵਾਪਸ ਆਪਣੇ ਘਰਾਂ ਨੂੰ ਮੁੜੋ। 2 ਮਹੀਨੇ ਬਾਅਦ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਕੀ ਕੁਝ ਅਪਡੇਟ ਹੈ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦੇ ਹਾਂ। ਇੱਕ ਤਾਂ ਇਹੀ ਹੈ ਕਿ ਜਿਹੜੇ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ 6 ਜਣੇ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 3 ਫੜ ਲਏ ਗਏ ਨੇ। ਦੀਪਕ ਮੁੰਡੀ ਹਾਲੇ ਤੱਕ ਫਰਾਰ ਹੈ, 2 ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ। ਕੀ ਭਰੋਸਾ ਹੈ ਕਿ ਉਹ ਦੋਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਵੇਲੇ ਮੌਜੂਦ ਸਨ? ਇਸ ਦੀ ਪੁਸ਼ਟੀ ਸਿੱਧੂ ਮੂਸੇਵਾਲੇ ਦੇ ਨਾਲ ਉਸ ਵਕਤ ਥਾਰ ਦੇ ਵਿੱਚ ਮੌਜੂਦ ਜਿਹੜੇ ਦੋਸਤ ਸਨ, ਜਿਹੜੇ ਕਿ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਸਨ, ਉਹ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਇਹਨਾਂ ਲਾਸ਼ਾਂ ਦੀ
ਪਛਾਣ ਕਰਨ ਦੇ ਲਈ ਗਏ ਸਨ ਤੇ ਉਹਨਾਂ ਨੇ ਮੰਨਿਆ ਹੈ ਕਿ ਇਹ ਦੋਵੇਂ ਉਸ ਵੇਲੇ ਕਤਲकांड ਦੇ ਵਿੱਚ ਸ਼ਾਮਲ ਸਨ, ਹਮਲਾ ਕਰਨ ਦੇ ਵਿੱਚ ਸ਼ਾਮਲ ਸਨ। ਵੀਰਵਾਰ ਨੂੰ ਕੀ ਕੁਝ ਅਪਡੇਟ ਆਈ ਹੈ? ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਲੋਟ ਅਦਾਲਤ ਦੇ ਵਿੱਚ ਵੀਰਵਾਰ ਨੂੰ ਮੁੜ ਪੇਸ਼ ਕੀਤਾ ਗਿਆ। ਲਾਰੈਂਸ ਦਾ ਰਿਮਾਂਡ ਲੈਣ ਲਈ ਮੋਗਾ ਪੁਲਿਸ ਇੱਥੇ ਪਹੁੰਚੀ ਹੋਈ ਸੀ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਰਿਮਾਂਡ 'ਚ 4 ਦਿਨ ਦਾ ਹੋਰ ਵਾਧਾ ਕੀਤਾ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਲਾਰੈਂਸ ਬਿਸ਼ਨੋਈ ਦਾ 21 ਜੁਲਾਈ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਰਾਣਾ ਸਿੱਧੂ ਕਤਲ ਕੇਸ ਵਿੱਚ ਉਸਦਾ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਦਿੱਤਾ ਸੀ ਤੇ ਮੁੜ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ। ਕਤਲकांड ਦੇ ਵਿੱਚ ਇਸਤੇਮਾਲ ਹਥਿਆਰਾਂ ਨੂੰ ਲੈ ਕੇ ਵੀ ਲਗਾਤਾਰ ਖੁਲਾਸੇ ਹੋ ਰਹੇ ਨੇ ਤੇ 2 ਮਹੀਨਿਆਂ ਬਾਅਦ ਵੀ ਇੱਕ ਬੜੀ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਪੁਲਿਸ ਨੂੰ ਹਾਲੇ ਤੱਕ ਕਤਲ ਦੇ ਲਈ ਵਰਤੇ ਗਏ ਹਥਿਆਰ ਵੀ ਨਹੀਂ ਮਿਲੇ ਹਨ। ਚਾਹੇ 3 ਸ਼ੂਟਰ ਵੀ ਫੜੇ ਗਏ ਹਨ, 2 ਮਾਰ ਵੀ ਦਿੱਤੇ ਗਏ, ਪਰ ਹਾਲੇ ਤੱਕ ਵੀ ਪੁਲਿਸ ਨੂੰ ਨਹੀਂ ਪਤਾ ਕਿ ਉਹ ਹਥਿਆਰ ਇਹਨਾਂ ਨੇ ਕਿੱਥੇ ਖਪਾ ਦਿੱਤੇ, ਕਿਉਂਕਿ ਜਿੰਨਾ ਚਿਰ ਹਥਿਆਰ ਨਹੀਂ ਬਰਾਮਦ ਹੁੰਦੇ ਇਸ ਕਤਲ ਕੇਸ ਨੂੰ ਪੁਲਿਸ ਸਿੱਧ ਹੀ ਨਹੀਂ ਕਰ ਸਕਦੀ। 2 ਦਿਨ ਪਹਿਲਾਂ ਬਠਿੰਡਾ ਤੋਂ ਗ੍ਰਿਫਤਾਰ ਕੀਤੇ ਗਏ ਮਲਕੀਤ ਕਿੱਟਾ ਤੇ ਹਰਦੀਪ ਮਾਮਾ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਗੋਲਡੀ ਬਰਾੜ ਦੇ ਕਹਿਣ ਤੇ ਇਹਨਾਂ ਨੇ ਹਥਿਆਰ ਲੁਕੋ ਕੇ ਰੱਖੇ ਸੀ। ਹਥਿਆਰਾਂ ਨੂੰ ਲੈ ਕੇ ਗੋਲਡੀ ਬਰਾੜ ਦੇ ਨਿਰਦੇਸ਼ ਹੀ ਜਿਹੜੇ ਮੰਨੇ ਜਾ ਰਹੇ ਸੀ। ਦੋਵਾਂ ਨੇ ਕਈ ਦਿਨਾਂ ਤੱਕ ਹਥਿਆਰ ਨੇ ਜਿਹੜੇ ਉਹ ਸੰਭਾਲ ਕੇ ਰੱਖੇ ਹੋਏ ਸੀ। ਗੋਲਡੀ ਨੇ ਹਥਿਆਰਾਂ ਨੂੰ ਕਿਤੇ ਹੋਰ ਸ਼ਿਫਟ ਕਰਨ ਦੀ ਗੱਲ ਵੀ ਕਹੀ ਸੀ। ਜਗਰੂਪ ਰੂਪਾ ਤੇ ਮਨੂ ਕੁੱਸਾ ਵੀ ਲਗਾਤਾਰ ਗੋਲਡੀ ਸੰਪਰਕ ਦੇ ਵਿੱਚ ਸਨ, ਜਿਹੜੇ ਮਾਰੇ ਜਾ ਚੁੱਕੇ ਹਨ ਤੇ ਇਹ ਵੀ ਇਹਨਾਂ ਦੇ ਕੋਲ ਪਟਿਆਲੇ ਦੀ ਜਿਹੜੀ ਪ੍ਰੋਫੈਸਰ ਕਲੋਨੀ ਹੈ ਉਸ ਰਿਹਾਇਸ਼ ਦੇ ਵਿੱਚ ਇਹ ਕਹਿੰਦੇ ਰੁਕੇ ਸਨ। ਗੋਲਡੀ ਦੇ ਕਹਿਣ ਤੇ ਹੀ ਉਹ ਦੋਵੇਂ ਆਪੋ ਆਪਣੇ ਟਿਕਾਣੇ ਬਦਲ ਰਹੇ ਸਨ। ਕਾਤਲਾਂ ਦੇ ਵਿੱਚ ਸ਼ਾਮਿਲ ਇੱਕ ਸ਼ਾਰਪ ਸ਼ੂਟਰ ਸਭ ਤੋਂ ਛੋਟੀ ਉਮਰ ਦਾ ਅੰਕਿਤ ਸੇਰਸਾ ਤੇ ਉਸ ਦੇ ਨਾਲ ਸਚਿਨ ਚੌਧਰੀ, ਇਹਨਾਂ ਨੂੰ ਵੀ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰੀ ਮੁਆਇਨਾ ਕਰਾਉਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤੀ ਹੁਕਮਾਂ ਤੋਂ ਬਾਅਦ ਇਹਨਾਂ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। ਗੋਇੰਦਵਾਲ ਦੀ ਜੇਲ੍ਹ ਵਿੱਚ ਭੇਜਣ ਦੀ ਸੰਭਾਵਨਾ ਹੈ। ਦੋਵਾਂ ਨੂੰ ਇਸ ਤੋਂ ਪਹਿਲਾਂ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਿਲ ਪ੍ਰਿਯਵਰਤ ਫੌਜੀ ਸਮੇਤ ਕਸ਼ਿਸ਼ ਉਰਫ ਕੁਲਦੀਪ ਦੀਪਕ ਟੀਨੂ ਤੇ ਹੋਰਨਾਂ ਨੂੰ ਮਾਨਸਾ ਜੇਲ੍ਹ ਤੋਂ ਗੋਇੰਦਵਾਲ ਜੇਲ੍ਹ ਦੇ ਵਿੱਚ ਬਦਲ ਦਿੱਤਾ ਗਿਆ ਸੀ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੁਰਾ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਵਾਨੇ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਮਾਨਸਾ ਦੇ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਕਸ਼ਮੀਰੀ ਗੇਟ ਤੋਂ ਗ੍ਰਿਫਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਫੋਨ ਨੂੰ ਜਦੋਂ ਜਾਂਚਿਆ ਗਿਆ ਤਾਂ ਉਹਦੇ ਵਿੱਚ ਮੂਸੇਵਾਲੇ ਦੇ ਕਤਲ ਤੋਂ ਬਾਅਦ ਅੰਕਿਤ ਸੇਰਸਾ ਦੇ ਨਾਲ ਪ੍ਰਿਯਵਰਤ ਫੌਜੀ ਸਚਿਨ ਭਵਾਨੀ, ਕਪਿਲ ਪੰਡਤ ਤੇ ਦਾਨਾ ਰਾਮ ਜਸ਼ਨ ਮਨਾਉਂਦੇ ਵੀ ਨਜ਼ਰ ਆਏ ਸਨ ਕਾਰ ਦੇ ਵਿੱਚ। ਉਹ ਵੀਡੀਓ ਸਾਰਿਆਂ ਨੇ ਆਪਾਂ ਦੇਖੀ ਵੀ ਹੈ। ਕਤਲ ਦੇ ਲਈ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੂੰ ਮੂੰਹ ਮੰਗੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਕਹਿੰਦੇ ਉਹਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਉਹਨਾਂ ਨੂੰ ਨਾ ਪੈਸੇ ਦਿੱਤੇ ਗਏ, ਨਾ ਹੀ ਲਾਰੈਂਸ ਗੈਂਗ ਨੇ ਸਾਥ ਦਿੱਤਾ। ਇਹ ਪੁਲਿਸ ਦੇ ਕਹੇ ਮੁਤਾਬਿਕ ਪੁਸ਼ਟੀ ਦੇ ਨਾਲ ਇਹ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਪਿਛਲੇ ਦਿਨੀ ਅੰਕਿਤ ਸੇਰਸਾ ਨੇ ਜਦੋਂ ਬਿਆਨ ਦਿੱਤਾ ਸੀ ਤਾਂ ਇਹ ਗੱਲਾਂ ਸਾਹਮਣੇ ਵੀ ਆਈਆਂ ਸਨ, ਪਰ ਪੁਲਿਸ ਨੇ ਹੁਣ ਪੁਸ਼ਟੀ ਕੀਤੀ ਹੈ। ਜਦਕਿ ਪਿਛਲੇ ਦਿਨੀ ਜਦੋਂ ਗੋਲਡੀ ਬਰਾੜ ਦੀ ਇੱਕ ਨਵੀਂ ਪੋਸਟ ਸਾਹਮਣੇ ਆਉਂਦੀ ਹੈ ਤਾਂ ਉਹਨੇ ਕਿਹਾ ਸੀ ਕਿ ਪੈਸਿਆਂ ਵਾਲੀ ਗੱਲ ਸਾਰੀ ਝੂਠ ਹੈ, ਇਹ ਸਾਰੀ ਗਲਤ ਘੜੀ ਜਾ ਰਹੀ ਹੈ। ਜਦਕਿ ਜਿਹੜੇ ਮਾਰਨ ਵਾਲੇ ਸਨ ਸਿੱਧੂ ਮੂਸੇਵਾਲੇ ਨੂੰ, ਉਹ ਸਾਰੇ ਮੇਰੇ ਭਰਾ ਸਨ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੱਲ ਹੀ ਨਹੀਂ ਹੋਈ ਸੀ, ਇਹ ਕਿਹਾ ਸੀ ਗੋਲਡੀ ਬਰਾੜ ਨੇ। ਜਦਕਿ ਸ਼ੂਟਰ ਕਹਿੰਦੇ ਨੇ ਕਿ 10 ਲੱਖ ਰੁਪਏ ਦਿੱਤੇ ਸੀ, ਕਰੋੜ ਦੇਣ ਦਾ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ ਤੇ ਫਿਰ ਉਹ ਫੋਨ ਚੁੱਕਣੋਂ ਵੀ ਹਟ ਗਿਆ ਸੀ। ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮਾਲਵੇ ਦੇ ਲੰਬੀ ਇਲਾਕੇ ਦਾ ਦੌਰਾ ਕੀਤਾ। ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ। ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦਾ ਭਾਰੀ ਮੀਂਹ ਦੇ ਬਾਵਜੂਦ ਵੀ ਉਹਨਾਂ ਨੂੰ ਸੁਣਨ ਆਉਣ ਦੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਚਾਹੇ ਤੁਸੀਂ ਮੈਨੂੰ ਵੋਟ ਪਾਈ ਹੈ ਚਾਹੇ ਨਹੀਂ ਪਾਈ, ਪਰ ਵਿਕਾਸ ਨਾਲ ਸੰਬੰਧਿਤ ਕੋਈ ਵੀ ਕੰਮ ਤੁਸੀਂ ਆਪਣੇ ਇਲਾਕੇ ਦੇ ਵਿਧਾਇਕ ਨੂੰ ਕਹਿ ਕੇ ਕਰਵਾ ਸਕਦੇ ਹੋ। ਇਲਾਕੇ ਦੇ ਨੌਜਵਾਨਾਂ ਨੇ ਦਰਪੇਸ਼ ਆਉਂਦੀ ਡਰੇਨ ਦੀ ਸਮੱਸਿਆ ਤੇ ਹੋਰ ਕਈਆਂ ਸਮੱਸਿਆਵਾਂ ਨੂੰ ਲੈ ਕੇ ਕਹਿੰਦੇ ਮੈਨੂੰ ਚਿੱਠੀ ਦਿੱਤੀ ਹੈ ਤੇ ਮੈਂ ਸਭ ਦੀਆਂ ਸਮੱਸਿਆਵਾਂ ਦਾ ਹੱਲ ਕਰੂੰਗਾ, ਕਿਉਂਕਿ ਮੈਂ ਪੰਜਾਬ ਦੇ ਹਰ ਨਿਵਾਸੀ ਦਾ ਮੁੱਖ ਮੰਤਰੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੋਈ ਸਮੱਸਿਆ ਨਾ ਆਵੇ, ਇਸ ਲਈ ਨਵੀਂ ਅਤੇ ਡਿਜੀਟਲ ਨੀਤੀ ਬਣ ਕੇ ਤਿਆਰ ਹੈ। ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਦੇ ਵਿੱਚ ਅਸੀਂ ਫੂਸ ਮਾਫੀਏ ਦਾ ਅੰਤ ਕਰਾਂਗੇ। ਝੋਨੇ ਦਾ ਝਾੜ ਹੁਣ ਕੋਈ ਵੀ ਖਰੀਦ ਸਕੂਗਾ ਤੇ ਅੱਗੇ ਵੇਚ ਸਕੂਗਾ। ਇਹ ਪੰਜਾਬ ਸਰਕਾਰ ਦਾ ਫੈਸਲਾ ਹੈ। ਇੱਕ ਨਵਾਂ ਮਾਫੀਆ ਪੈਦਾ ਹੋ ਗਿਆ ਸੀ, ਉਹਨੂੰ ਕਹਿੰਦੇ ਸੀ ਫੂਸ ਮਾਫੀਆ। ਜਿਹੜਾ ਝਾਰ ਹੈ, ਜਿਹੜਾ ਬਚ ਜਾਂਦਾ ਹੈ, ਬਚਿਆ ਖੁਚਿਆ ਜਿਹੜਾ ਸਫਾਈ ਕੀਤੀ ਹੋਈ ਜਾਂਦੀ, ਉਹਦੇ ਵਾਸਤੇ ਵੀ ਮਾਫੀਆ ਪੈਦਾ ਹੋ ਗਏ ਸੀ ਕਿ ਅਸੀਂ ਹੀ ਟੈਂਡਰ ਲਿਆ ਹੋਇਆ, ਅਸੀਂ ਜਿਹੜਾ ਇਹਨੂੰ ਚੱਕਾਂਗੇ। ਆਮ ਗਰੀਬ ਜਿਹੜੇ ਲੋਕ ਉੱਥੇ ਆਲੇ ਦੁਆਲੇ ਰਹਿੰਦੇ ਨੇ, ਝੁੱਗੀਆਂ ਝੋਪੜੀਆਂ ਵਾਲੇ, ਉਹਨਾਂ ਨੂੰ ਚੱਕਣ ਨਹੀਂ ਦਿੰਦੇ ਸੀ, ਉਹ ਖਤਮ ਕਰਤਾ ਸੀ। ਕੋਈ ਵੀ ਜਣਾ ਉੱਥੇ ਝਾਰ ਜਿਹੜਾ ਉਹ ਖਰੀਦ ਕੇ ਉਹਦੇ ਚੋਂ ਦਾਣੇ ਕੱਢ ਕੇ ਆਪਣਾ
ਰੋਜ਼ੀ ਰੋਟੀ ਦਾ ਸਾਧਨ ਚਲਾ ਸਕਦੇ ਨੇ, ਬਸ਼ਰਤੇ ਕਿ ਉਹ ਜਾਂਦੇ ਹੋਏ ਸਫਾਈ ਕਰਕੇ ਜਾਣ। ਕਿਉਂਕਿ ਕਈ ਵਾਰੀ ਉਹ ਜਿਹੜਾ ਫੂਸ ਹੈ ਉਹਨੂੰ ਇੱਦਾਂ ਹੀ ਛੱਡ ਜਾਂਦੇ ਸੀ। ਸਫਾਈ ਕਰਕੇ ਜਾਣ ਤੇ ਟੈਂਡਰ ਕਿਸੇ ਕੋਲੇ ਨਹੀਂ ਹੋਊਗਾ। ਤੁਸੀਂ ਜਿੰਨਾ ਮਰਜ਼ੀ ਝਾੜ ਖਰੀਦੋ, ਜਿੰਨਾ ਮਰਜ਼ੀ ਤੁਸੀਂ ਉਹਦੇ ਚੋਂ ਦਾਣੇ ਕੱਢ ਕੇ ਆਪਣਾ ਗੁਜ਼ਾਰਾ ਕਰੋ। ਮੁਲਕ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਬਾਜ਼ੀਗਰੀ ਦੀ ਖੇਡ ਵੀ ਸ਼ੁਰੂ ਹੋ ਚੁੱਕੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਕਿਸਾਨ ਪੱਖੀ ਕੋਈ ਨੀਤੀ ਲੈ ਕੇ ਆਵੇ, ਪਰ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜਿਆਂ ਨੂੰ ਲੈ ਕੇ ਬਾਜ਼ੀਗਰੀ ਦਾ ਖੇਡ ਸ਼ੁਰੂ ਹੋ ਗਿਆ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀ ਨੂੰ ਲੈ ਕੇ ਜਿਹੜਾ ਅੰਕੜਾ ਪੇਸ਼ ਕੀਤਾ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 8 ਗੁਣਾ ਘੱਟ ਹੈ, ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ 2000 ਤੋਂ ਲੈ ਕੇ 2018 ਤੱਕ ਪੰਜਾਬ ਦੇ ਵਿੱਚ ਸਿਰਫ 1805 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਨੈਸ਼ਨਲ ਕ੍ਰਾਈਮ ਬਿਊਰੋ ਯਾਨੀ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ ਕਿ NCRB ਦਾ ਹਵਾਲਾ ਦਿੱਤਾ ਗਿਆ ਮੰਤਰੀ ਦੇ ਵੱਲੋਂ, ਜਦ ਕਿ PAU ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ ਦੇ ਮੁਤਾਬਿਕ ਇਹਨਾਂ 18 ਸਾਲਾਂ ਦੇ ਵਿੱਚ 9291 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਲ੍ਹਾ ਸੰਗਰੂਰ ਖੁਦਕੁਸ਼ੀਆਂ ਦੇ ਵਿੱਚ ਸਭ ਤੋਂ ਮੋਹਰੀ ਹੈ। ਇੱਥੇ 2506 ਕਿਸਾਨਾਂ ਨੇ ਇੰਨੇ ਸਮੇਂ ਦੇ ਵਿੱਚ ਖੁਦਕੁਸ਼ੀ ਕੀਤੀ ਹੈ। ਮਹਾਰਾਸ਼ਟਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਨਾਰਾਇਣ ਨੇ PAU ਵੱਲੋਂ ਕਿਸਾਨਾਂ ਦੀ ਖੁਦਕੁਸ਼ੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਸਵਾਲ ਪੁੱਛਿਆ ਸੀ। ਹਾਲਾਂਕਿ PAU ਨੇ ਆਪਣੀ ਸਟੱਡੀ ਦੇ ਵਿੱਚ ਪੰਜਾਬ ਦੇ 6 ਜ਼ਿਲ੍ਹੇ ਸੰਗਰੂਰ, ਬਠਿੰਡਾ, ਮੋਗਾ, ਲੁਧਿਆਣਾ, ਮਾਨਸਾ ਅਤੇ ਬਰਨਾਲਾ ਨੂੰ ਹੀ ਸ਼ਾਮਲ ਕੀਤਾ ਸੀ, ਜਦਕਿ ਮਾਝਾ ਤੇ ਦੁਆਬਾ ਨੂੰ ਸ਼ਾਮਲ ਨਹੀਂ ਕੀਤਾ ਗਿਆ। PAU ਦੀ ਰਿਪੋਰਟ ਦੇ ਮੁਤਾਬਿਕ ਸੰਗਰੂਰ ਦੇ ਵਿੱਚ 2506 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਦਕਿ ਦੂਸਰੇ ਨੰਬਰ ਤੇ ਬਠਿੰਡਾ ਰਿਹਾ, ਜਿੱਥੇ 1956 ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਨੇ। ਕਿਸਾਨ ਲੀਡਰਾਂ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀ ਖੁਦਕੁਸ਼ੀ ਦੇ ਅੰਕੜੇ ਲੁਕੋ ਰਹੀ ਹੈ ਤਾਂ ਕਿ ਖੇਤੀਬਾੜੀ ਦੀ ਸਹੀ ਹਾਲਤ ਹੈ ਜਿਹੜੀ ਉਸ ਦਾ ਅੰਦਾਜ਼ਾ ਹੀ ਨਾ ਲੱਗ ਸਕੇ। ਕਿਸਾਨਾਂ ਦੇ ਦੱਸਣ ਦੇ ਮੁਤਾਬਿਕ, ਮੰਨਣ ਦੇ ਮੁਤਾਬਿਕ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਵੱਧ ਗਈ ਹੈ, ਇਸ ਕਰਕੇ ਵੀ ਖੁਦਕੁਸ਼ੀਆਂ ਹੋ ਰਹੀਆਂ ਨੇ। ਖੁਦਕੁਸ਼ੀਆਂ ਕਾਰਨ ਮਰਨ ਵਾਲੇ ਕਿਸਾਨਾਂ ਵਿੱਚੋਂ 75% ਨੌਜਵਾਨ 35 ਸਾਲ ਤੋਂ ਘੱਟ ਉਮਰ ਦੇ ਨੇ। ਉਹਨਾਂ ਨੂੰ ਅੱਗੇ ਪਿੱਛੇ ਕੁਝ ਦਿਖਦਾ ਨਹੀਂ, ਇਸ ਕਰਕੇ ਉਹ ਇਹ ਰਾਹ ਅਪਣਾ ਲੈਂਦੇ ਨੇ, ਜਿਹੜਾ ਕਿ ਦੁਖਦਾਈ ਹੈ। ਕਿਸਾਨਾਂ ਦੇ ਕਰਜ਼ਈ ਹੋਣ ਪਿੱਛੇ ਸਮਾਜਿਕ ਕੰਮਾਂ ਤੇ ਬੇਹਿਸਾਬ ਪੈਸੇ ਦੇ ਖਰਚ ਨੂੰ ਵੀ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਸ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਨਾਅਰੇ ਤੇ ਜ਼ੋਰ ਦਿੱਤਾ ਸੀ, ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ। ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਖੁਦਕੁਸ਼ੀਆਂ ਦੇ ਕਾਰਨ ਨੂੰ ਖਤਮ ਕਰਨਾ ਵੱਡਾ ਮੁੱਦਾ ਹੈ। ਆਮ ਆਦਮੀ ਪਾਰਟੀ ਦੇ ਲੀਡਰ ਮਾਲਵਿੰਦਰ ਕੰਗ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਤਰਸਯੋਗ ਹੈ। ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਦੀ ਪਾਲਿਸੀ ਤੇ ਕੰਮ ਹੀ ਨਹੀਂ ਹੋਇਆ। ਕੇਂਦਰ ਨੂੰ ਕਿਸਾਨਾਂ ਦਾ ਹੱਥ ਜ਼ਰੂਰ ਫੜਨਾ ਚਾਹੀਦਾ ਹੈ, ਕਹਿਣਾ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਦਾ। ਪੰਜਾਬ ਦੇ ਵਿੱਚ ਪਰਾਲੀ ਤੋਂ ਹੁੰਦਾ ਪ੍ਰਦੂਸ਼ਣ ਰੋਕਣ ਦੇ ਲਈ ਸਰਕਾਰ ਨੇ ਨਵਾਂ ਪ੍ਰਪੋਜ਼ਲ ਤਿਆਰ ਕੀਤਾ ਹੈ। ਪਰਾਲੀ ਨਾ ਸਾੜਨ ਤੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰਾਲੀ ਪ੍ਰਬੰਧਨ ਪ੍ਰਸਤਾਵ ਹੈ ਪੰਜਾਬ ਸਰਕਾਰ ਦਾ। 에ਅਰ ਕੁਆਲਿਟੀ ਕਮਿਸ਼ਨ ਨੂੰ ਪ੍ਰਸਤਾਵ ਹੈ। ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਹਾਮੀ ਭਰ ਦਿੱਤੀ ਹੈ। ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦੀ ਜਿਹੜੀ ਪਾਲਿਸੀ ਉਹ ਪੰਜਾਬ ਸਰਕਾਰ ਨੇ ਤਿਆਰ ਕੀਤੀ ਹੈ, ਜਿਹਦੇ ਵਿੱਚੋਂ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ 500 ਰੁਪਏ ਦੇਣਗੀਆਂ ਅਤੇ ਕੇਂਦਰ ਸਰਕਾਰ ਹੈ ਜਿਹੜੀ ਉਹ 1500 ਰੁਪਏ ਦਾ ਯੋਗਦਾਨ ਦੇ ਸਕਦੀ ਹੈ। ਇਹ ਹਾਲੇ ਕੇਂਦਰ ਸਰਕਾਰ ਨੇ ਮਨਜ਼ੂਰ ਕਰਨਾ ਹੈ ਕਿ ਉਹ 1500 ਰੁਪਏ ਪ੍ਰਤੀ ਏਕੜ ਹਰ ਕਿਸਾਨ ਨੂੰ ਦੇਵੇਗੀ ਜਾਂ ਫਿਰ ਨਹੀਂ ਦੇਵੇਗੀ, ਜਦ ਕਿ ਪੰਜਾਬ ਤੇ ਦਿੱਲੀ ਸਰਕਾਰਾਂ ਇਸ ਤੇ ਸਹਿਮਤ ਹੋ ਚੁੱਕੀਆਂ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜਿਹੜੀ ਪਰਾਲੀ ਹੈ ਉਹਨੂੰ ਅੱਗ ਲਾਉਣ ਦਾ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿ ਇੱਕ ਫਸਲ ਤੋਂ ਦੂਜੀ ਫਸਲ ਤੱਕ ਸਿਰਫ 10 ਦਿਨ ਮਿਲਦੇ ਨੇ ਬੜੀ ਮੁਸ਼ਕਲ ਨਾਲ। ਕਣਕ ਬੀਜਣੀ ਹੁੰਦੀ ਹੈ ਤਾਂ ਉਹ ਇੰਨੇ 10 ਦਿਨਾਂ 'ਚੋਂ ਉਹਨੂੰ ਕਿਧਰੇ ਇੱਧਰ ਉੱਧਰ ਨਹੀਂ ਕਰ ਸਕਦਾ। ਸੋ ਅਸੀਂ ਕਿਹਾ ਵੀ 500 ਰੁਪਏ, ਕਿਉਂਕਿ ਦਿੱਲੀ ਜਿਹੜਾ ਉਹ ਵੀ ਉਹਦਾ ਅਸਰ ਪੈਂਦਾ ਹੈ, ਪੰਜਾਬ ਤਾਂ ਪੈਂਦਾ ਹੀ ਪੈਂਦਾ। ਸੋ 500 ਰੁਪਈਆ ਦਿੱਲੀ ਗੌਰਮੈਂਟ, ਕੇਜਰੀਵਾਲ ਗੌਰਮੈਂਟ ਦੇਣ ਨੂੰ ਤਿਆਰ ਹੈ ਪਰ ਏਕੜ। 500 ਅਸੀਂ ਪਾ ਦਾਂਗੇ, 1000, 1500 ਅਸੀਂ ਸੈਂਟਰ ਤੋਂ ਮੰਗਿਆ ਜਿਨ੍ਹਾਂ ਕੋਲੇ ਬਹੁਤ ਸਾਰਾ ਫੰਡ ਪਿਆ। ਜੇ 2500 ਰੁਪਈਆ ਪਰ ਏਕੜ ਅਸੀਂ ਪੰਜਾਬ ਦੇ ਕਿਸਾਨ ਨੂੰ ਇਹ ਕਹਿ ਦਈਏ ਕਿ ਪਰਾਲੀ ਨੂੰ ਅੱਗ ਨਾ ਲਾਇਓ, ਇਹਨੂੰ ਇੱਕ ਪਾਸੇ ਰੱਖ ਲਓ ਤੇ ਅਸੀਂ 2500 ਰੁਪਏ ਏਕੜ ਤੁਹਾਨੂੰ ਦਿੰਨੇ ਆ, ਤੇ ਨਾਲੇ ਤਾਂ ਉਹਨਾਂ ਨੂੰ ਫਾਈਨੈਂਸ਼ੀਅਲੀ ਫਾਇਦਾ ਹੋਊ, ਨਾਲੇ ਅਸੀਂ ਉਹਨੂੰ ਨਵੰਬਰ ਦਸੰਬਰ 'ਚ ਸਾਰੀ ਨੂੰ ਉਹਨੂੰ ਚੱਕ ਕੇ ਉਸ ਪਰਾਲੀ ਨੂੰ ਲੈ ਜਾਾਂਗੇ। ਬਾਇਓ ਗੈਸ ਪਲਾਂਟਾਂ ਦੇ ਵਿੱਚ ਅੱਜ ਕੱਲ੍ਹ ਵਰਤੋਂ 'ਚ ਆਉਣ ਲੱਗ ਗਈ ਜਿਹੜੀ ਝੋਨੇ ਦੀ ਪਰਾਲੀ। ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਹਾਂ ਕਿ ਆਪਾਂ ਆਪਣੀ ਹਵਾ
ਪਾਣੀ ਤੇ ਧਰਤੀ ਨੂੰ ਬਚਾ ਸਕੀਏ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਆਪਣੀ ਗਰੰਟੀ ਨੂੰ ਹਰ ਹਾਲਤ ਵਿੱਚ ਪੂਰਾ ਕਰੇਗੀ। ਉਹ ਗਰੰਟੀ ਜਿਹੜੀ ਕਿ 36000 ਮੁਲਾਜ਼ਮਾਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਅਸੀਂ ਇਹਨਾਂ ਕਾਮਿਆਂ ਨੂੰ ਖੁਸ਼ਖਬਰੀ ਦੇਵਾਂਗੇ। ਹਰਪਾਲ ਸਿੰਘ ਚੀਮਾ ਪਟਿਆਲਾ ਦੇ ਵਿੱਚ ਪਹੁੰਚੇ ਹੋਏ ਸਨ, ਜਿਸ ਦੌਰਾਨ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਹਰਪਾਲ ਚੀਮਾ ਉਸ ਕੈਬਨਿਟ ਸਬ ਕਮੇਟੀ ਦੇ ਵੀ ਪ੍ਰਧਾਨ ਨੇ ਜਿਹੜੀ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀਆਂ ਅੜਚਨਾਂ ਦੂਰ ਕਰਨ ਦੇ ਲਈ ਬਣਾਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਸਾਡੀ ਨੀਅਤ ਸੱਚੀ ਹੈ, ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ। ਪਰ ਆਊਟਸੋਰਸ ਮੁਲਾਜ਼ਮ ਨੇ ਜਿਹੜੇ ਉਹ ਇਹਨਾਂ ਦੇ ਵਿੱਚੋਂ ਬਾਹਰ ਰੱਖੇ ਜਾ ਰਹੇ ਨੇ। ਹਾਲ ਦੀ ਘੜੀ ਜਿਹੜੀਆਂ ਲਿਸਟਾਂ ਮੰਗੀਆਂ ਗਈਆਂ ਨੇ ਉਹ ਸਿਰਫ ਕੱਚੇ ਕਾਮਿਆਂ ਦੀਆਂ ਮੰਗੀਆਂ ਗਈਆਂ ਨੇ। ਆਊਟਸੋਰਸ ਕਾਮੇ ਨੇ ਜਿਹੜੇ ਉਹਨਾਂ ਦੀਆਂ ਲਿਸਟਾਂ ਹੀ ਨਹੀਂ ਮੰਗੀਆਂ ਗਈਆਂ ਕੈਬਨਿਟ ਸਬ ਕਮੇਟੀ ਦੇ ਵੱਲੋਂ। ਅਸੀਂ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਚਾਹੁੰਦੇ ਹਾਂ, ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ। ਪਰ ਪੁਰਾਣੀਆਂ ਸਰਕਾਰਾਂ ਵੱਲੋਂ 2016 ਤੇ 2021 ਦੇ 2 ਐਕਟ ਬਣਾਏ ਹੋਏ ਨੇ ਜਿਨ੍ਹਾਂ ਨੂੰ ਰਿਪੀਲ ਕਰਨਾ ਚਾਹੁੰਦੇ ਹਾਂ ਅਸੀਂ। 16 ਵਾਲੇ ਐਕਟ ਨੂੰ ਰਿਪੀਲ ਕਰਨ ਵਾਸਤੇ 21 ਦੇ ਵਿੱਚ ਐਕਟ ਬਣਾਇਆ ਚੰਨੀ ਨੇ, ਉਹ ਅਜੇ ਵੀ ਗਵਰਨਰ ਸਾਹਿਬ ਕੋਲ ਪਿਆ ਹੈ। ਪਰ 21 ਵਾਲੇ ਐਕਟ ਦੇ ਵਿੱਚ ਵੀ ਉਹਨੇ ਨਹੀਂ ਆਉਂਦੇ ਜਿੰਨੇ ਅਸੀਂ ਕਰਨਾ ਚਾਹੁੰਦੇ ਹਾਂ। ਸੋ ਅਸੀਂ ਇਹ ਦੋਨੋਂ ਸਾਨੂੰ ਇਹ ਐਕਟ ਜਿਹੜੇ ਨੇ ਉਹ ਰਿਪੀਲ ਕਰਨੇ ਪੈਣਗੇ ਜਾਂ 21 ਵਾਲੇ 'ਚ ਬਹੁਤ ਸਾਰੀਆਂ ਅਮੈਂਡਮੈਂਟਸ ਕਰਨੀਆਂ ਪੈਣਗੀਆਂ। ਅਸੀਂ ਤੁਹਾਡੇ ਜ਼ਰੀਏ ਬੇਨਤੀ ਕਰਦੇ ਹਾਂ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਧਰਨੇ ਦਿੰਦੇ ਨੇ ਕਿ ਤੁਸੀਂ ਕਿਰਪਾ ਕਰਕੇ ਕਾਹਲੀ ਨਾ ਕਰੋ। ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਤੁਹਾਡੇ ਨਾਲ ਕੋਈ ਵੱਟ ਦਾ ਰੌਲਾ ਨਹੀਂ। ਅਸੀਂ ਤੁਹਾਡੇ ਪੱਲੇ ਕੁਝ ਪਾਉਣਾ ਚਾਹੁੰਦੇ ਹਾਂ, ਤੁਹਾਡੇ ਤੋਂ ਪੱਲਾ ਛਡਾਉਣਾ ਨਹੀਂ ਚਾਹੁੰਦੇ। ਜਦੋਂ ਹੀ ਜਿਸ ਦਿਨ ਹੀ ਉਹ ਮਤਲਬ ਕੋਰਟ ਵੱਲੋਂ ਜਾਂ ਗਵਰਨਰ ਸਾਹਿਬ ਵੱਲੋਂ ਕਲੀਅਰੈਂਸ ਹੋ ਗਈ, ਸਾਡੇ ਵੱਲੋਂ ਅੱਧਾ ਘੰਟਾ ਨਹੀਂ ਲੱਗਣਾ ਸਾਈਨ ਕਰਨ ਨੂੰ। ਜੇ ਇਨ ਕੇਸ ਥੋੜਾ ਟਾਈਮ ਲੱਗ ਗਿਆ, 5 ਮਹੀਨੇ ਲੱਗ ਗਏ, 4 ਮਹੀਨੇ ਲੱਗ ਗਏ, ਕੁਛ ਮੁੰਡੇ ਕੁੜੀਆਂ ਓਵਰ ਏਜ ਹੋ ਗਏ, ਅਸੀਂ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇ ਦਾਂਗੇ। ਪਰ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਸੰਘਰਸ਼ ਜਿੰਨਾ ਚਿਰ ਬਹੁਤ ਚਿਰ ਦੇ ਉਹ ਲੱਗੇ ਹੋਏ ਨੇ ਉਹਨੂੰ ਅਸੀਂ ਬੇਕਾਰ ਨਹੀਂ, ਅਜਾਈ ਨਹੀਂ ਜਾਣ ਦੇਵਾਂਗੇ। ਪੰਜਾਬ ਦੇ ਵਿੱਚ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਨਿਯੁਕਤੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਉਸ ਦੇ ਦਰਮਿਆਨ ਉਸ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਮਾਨ ਵਿਨੋਦ ਘਈ ਦੇ ਨਾਲ ਡਟੇ ਹੋਏ ਨੇ। ਭਗਵੰਤ ਮਾਨ ਨੇ 48 ਘੰਟਿਆਂ ਦੇ ਵਿੱਚ ਦੂਸਰੀ ਵਾਰੀ ਵੱਡਾ ਬਿਆਨ ਦਿੱਤਾ ਹੈ ਇਸ ਨਿਯੁਕਤੀ ਨੂੰ ਲੈ ਕੇ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮਾਨ ਨੇ ਕਿਹਾ ਕਿ ਵਿਨੋਦ ਘਈ ਹੀ ਪੰਜਾਬ ਦੇ ਏਜੀ ਹੋਣਗੇ। ਉਹਨਾਂ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਹਰ ਪੱਖ ਅਦਾਲਤ ਦੇ ਵਿੱਚ ਮਜ਼ਬੂਤੀ ਦੇ ਨਾਲ ਰੱਖਣਗੇ। ਪਾਰਟੀ ਦੇ ਵਿੱਚ ਫੁੱਟਦੀਆਂ ਖਬਰਾਂ ਦਾ ਵੀ ਮੁੱਖ ਮੰਤਰੀ ਮਾਨ ਨੇ ਖੰਡਨ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਤਕਰਾਰ ਨਹੀਂ ਹੈ, ਪੂਰੀ ਤਰ੍ਹਾਂ ਇਕਜੁੱਟ ਹੈ ਪਾਰਟੀ। ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੇ ਕੋਈ ਧਿਆਨ ਨਾ ਦਿੱਤਾ ਜਾਵੇ। ਵਿਨੋਦ ਘਈ ਹੀ ਪੰਜਾਬ ਦੇ ਏਜੀ ਹੋਣਗੇ ਤੇ ਨਵੇਂ ਏਜੀ ਨੂੰ ਬਿਨਾਂ ਸਿਫਾਰਿਸ਼ ਵਕੀਲਾਂ ਦੀ ਟੀਮ ਦਿੱਤੀ ਜਾਊਗੀ। ਜੀ ਜਿਹੜੇ ਨਵੇਂ ਏਜੀ ਨੇ ਉਹ ਲਗਾ ਦਿੱਤੇ ਗਏ ਨੇ ਘਈ ਸਾਹਿਬ ਤੇ ਬਹੁਤ ਕਾਬਿਲ ਵਕੀਲ ਨੇ ਉਹ, ਤੇ ਪੰਜਾਬ ਸਰਕਾਰ ਦਾ ਜਿਹੜਾ ਪੱਖ ਹੈ ਉਹ ਧੜੱਲੇ ਨਾਲ ਉਹ ਕੋਰਟਾਂ ਦੇ ਵਿੱਚ ਰੱਖਣਗੇ। ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਅਸੀਂ ਕੋਈ ਸਿਫਾਰਸ਼ੀ ਜਾਂ ਇੱਧਰੋਂ ਉੱਧਰੋਂ ਨਹੀਂ ਲਵਾਂਗੇ। ਜਿਹੜੀ ਉਹਨਾਂ ਦੀ ਟੀਮ ਹੈ ਉਹ ਵੀ ਇਸ ਤਰ੍ਹਾਂ ਦੀ ਹੋਵੇ ਤਾਂ ਕਿ ਸਾਨੂੰ ਕੋਈ ਮਹਿੰਗੀਆਂ ਫੀਸਾਂ ਵਾਲੇ ਵਕੀਲਾਂ ਨੂੰ ਇੱਧਰੋਂ ਉੱਧਰੋਂ ਬੁਲਾਉਣਾ ਨਾ ਪਵੇ। ਪੰਜਾਬ ਸਰਕਾਰ ਲੋਕਾਂ ਦੇ ਹੱਕ 'ਚ ਫੈਸਲਾ ਕਰਾਉਣ ਲਈ ਕਾਨੂੰਨੀ ਤੌਰ ਤੇ ਕੋਈ ਕਮੀ ਨਹੀਂ ਛੱਡੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਕਈ ਗੱਲਾਂ ਸੁਣਾਈਆਂ ਨੇ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੇ ਲਈ ਜਾਨ ਕੁਰਬਾਨ ਕੀਤੀ। ਪਾਕਿਸਤਾਨ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਦੀ ਪੂਜਾ ਹੁੰਦੀ ਹੈ। ਆਜ਼ਾਦੀ ਦੇ ਵਿੱਚ ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਗਲਤ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਆਦਰਸ਼ ਹਨ, ਆਦਰਸ਼ ਸਨ ਅਤੇ ਆਦਰਸ਼ ਰਹਿਣਗੇ। ਪੰਜਾਬ ਦੇ ਵਿੱਚ ਸ਼ੱਕੀ ਮੰਕੀ ਪਾਕਸ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਮੰਕੀ ਪਾਕਸ ਦੀ ਸਕਰੀਨਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਤੋਂ ਆਏ ਇੱਕ ਯਾਤਰੀ ਦੀ ਸਕਰੀਨਿੰਗ ਦੌਰਾਨ ਉਸ ਦੇ ਅੰਦਰ ਮੰਕੀ ਪਾਕਸ ਦੇ ਲੱਛਣ ਵੇਖੇ ਗਏ ਨੇ, ਜਿਸ ਤੋਂ ਬਾਅਦ ਮਰੀਜ਼ ਨੂੰ ਫੌਰਨ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ। ਲੱਛਣ ਕਿਹੜੇ-ਕਿਹੜੇ ਹੁੰਦੇ ਨੇ ਉਹ ਵੀ ਅਸੀਂ ਡਾਕਟਰਾਂ ਦੇ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ। ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਿਕ ਮੰਕੀ ਪਾਕਸ ਇੱਕ ਵਾਇਰਲ ਬਿਮਾਰੀ ਹੈ, ਮਰੀਜ਼ ਦੇ ਸੰਪਰਕ ਦੇ ਵਿੱਚ ਆਉਣ ਨਾਲ ਫੈਲਦੀ ਹੈ। ਮੰਕੀ ਪਾਕਸ ਦੇ ਲੱਛਣ ਹੁੰਦੇ ਨੇ ਜਿਵੇਂ ਕਿ ਸਰੀਰ ਦੇ ਵਿੱਚ ਲਾਲ ਰੰਗ ਦੇ ਦਾਣੇ ਨਿਕਲ ਆਉਣਾ, ਨਿਮੋਨੀਆ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਠੰਡ ਲੱਗਣਾ, ਜ਼ਿਆਦਾ ਥਕਾਵਟ ਮਹਿਸੂਸ ਹੋਣੀ, ਤੇਜ਼ ਬੁਖਾਰ ਹੋ ਜਾਣਾ, ਸਕਿਨ ਦੇ ਵਿੱਚ ਲਾਲ ਜਿਹੜੀ ਚਮੜੀ ਹੈ ਉਹ ਦਿਖਣ ਲੱਗ ਪੈਣਾ। ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਲੱਛਣ ਕਹਿੰਦੇ ਤੁਹਾਨੂੰ ਆਪਣੇ ਅੰਦਰ ਦਿਖਾਈ ਦਿੰਦੇ ਨੇ ਤਾਂ ਫੌਰਨ ਤੁਸੀਂ ਡਾਕਟਰ ਦੇ ਨਾਲ ਸੰਪਰਕ ਕਰੋ, ਇਹ ਡਾਕਟਰਾਂ ਦੀ ਸਲਾਹ ਹੈ।
ਉਧਰ ਕੋਵਿਡ ਤੇ ਮੰਕੀ ਪੌਕਸ ਤੋਂ ਬਾਅਦ ਹੁਣ ਹੈਡ ਫੁੱਟ ਐਂਡ ਮਾਊਥ ਬਿਮਾਰੀ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਚੰਡੀਗੜ੍ਹ ਦੇ 2 ਸਕੂਲਾਂ ਦੇ ਵਿੱਚ 2 ਦਿਨਾਂ ਦੇ ਲਈ ਛੁੱਟੀ ਕਰ ਦਿੱਤੀ ਗਈ ਹੈ। ਇਹਨਾਂ ਦੇ ਵਿੱਚੋਂ ਇੱਕ ਸੈਕਟਰ 26 ਦਾ ਸੇਂਟ ਕਬੀਰ ਪਬਲਿਕ ਸਕੂਲ ਹੈ, ਦੂਸਰਾ ਸੈਕਟਰ 40 ਦਾ DPS ਸਕੂਲ ਹੈ। ਇਹਨਾਂ ਦੋਵਾਂ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਹੈਡ ਫੁੱਟ ਐਂਡ ਮਾਊਥ ਦੇ ਲੱਛਣ ਵੇਖੇ ਗਏ ਨੇ, ਜਿਸ ਤੋਂ ਬਾਅਦ ਨਰਸਰੀ ਤੋਂ ਦੂਜੀ ਕਲਾਸ ਦੇ ਵਿਦਿਆਰਥੀਆਂ ਦੇ ਲਈ 28 ਤੇ 29 ਜੁਲਾਈ ਨੂੰ ਸਕੂਲ ਬੰਦ ਕਰ ਦਿੱਤੇ ਗਏ ਨੇ। ਸਕੂਲ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਹੈਡ ਫੁੱਟ ਐਂਡ ਮਾਊਥ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਬੱਚਿਆਂ ਦਾ ਬੁਖਾਰ ਚੈੱਕ ਕਰਦੇ ਰਹੋ, ਬੱਚਿਆਂ ਦੇ ਹੱਥਾਂ ਪੈਰਾਂ ਤੇ ਤਲੀਆਂ ਦੇ ਵਿੱਚ ਰੈਸ਼ੇਸ ਤਾਂ ਨਹੀਂ ਹੋ ਰਹੇ ਉਹ ਚੈੱਕ ਕਰਦੇ ਰਹੋ, ਬੱਚਿਆਂ ਦਾ ਮੂੰਹ ਵੀ ਚੈੱਕ ਕਰੋ। ਜਿਨ੍ਹਾਂ ਬੱਚਿਆਂ ਨੂੰ ਬੁਖਾਰ ਜਾਂ ਫਿਰ ਜ਼ੁਕਾਮ ਖੰਘ ਹੋਵੇ ਉਹਨਾਂ ਨੂੰ ਸਕੂਲ ਨਾ ਭੇਜਿਆ ਜਾਵੇ। ਹੁਣ ਤੱਕ 2 ਸਕੂਲਾਂ ਦੇ ਵਿੱਚ ਅਜਿਹੀ ਬਿਮਾਰੀ ਦਾ ਪਤਾ ਲੱਗਿਆ, ਪਰ ਚੰਡੀਗੜ੍ਹ ਦੇ ਹੋਰ ਸਕੂਲ ਵੀ ਅਲਰਟ ਹੋ ਗਏ ਨੇ। ਸੇਂਟ ਜੋਸ ਸਕੂਲ ਆਨਲਾਈਨ ਪੜ੍ਹਾਈ ਕਰਨ ਬਾਰੇ ਮੁੜ ਤੋਂ ਵਿਚਾਰ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਜ਼ਰਾਈਲੀ ਕੰਪਨੀ ਮੈਕਰੋਟ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਕੰਪਨੀ ਨਾਲ ਮਿਲ ਕੇ ਪੰਜਾਬ 'ਚ ਨਵੇਂ ਪ੍ਰੋਜੈਕਟ ਲਾਉਣ ਦੀ ਗੱਲ ਕਹੀ ਹੈ। ਆਪਣੇ ਟਵਿੱਟਰ ਅਕਾਊਂਟ ਤੋਂ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਕਾਫੀ ਵੱਧ ਗਈ ਹੈ। 5 ਦਰਿਆਵਾਂ ਵਾਲੀ ਇਸ ਧਰਤੀ ਤੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਾ ਮਿਲਣਾ ਇੱਕ ਬਹੁਤ ਵੱਡੀ ਤਰਾਸਦੀ ਹੈ। ਇਜ਼ਰਾਈਲੀ ਕੰਪਨੀ ਨੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਪਾਣੀ ਸਾਫ਼ ਕਰਨ ਸੰਬੰਧੀ ਨਵੇਂ ਪ੍ਰੋਜੈਕਟ ਲਾਏ ਜਾਣ ਦੀ ਹਾਮੀ ਭਰੀ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ। ਚੰਡੀਗੜ੍ਹ ਤੋਂ ਵੱਡੀ ਖਬਰ ਹੈ, ਜਿੱਥੇ ਪ੍ਰਸ਼ਾਸਨ ਨੇ ਦੁਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਬੀਬੀਆਂ ਦੇ ਲਈ ਹੈਲਮਟ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਹ ਫੈਸਲਾ ਵੀਰਵਾਰ ਨੂੰ ਰੋਡ ਸੇਫਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਨਵੇਂ ਫੈਸਲੇ ਮੁਤਾਬਿਕ ਹੈਲਮਟ ਪਾਉਣ ਤੋਂ ਛੋਟ ਸਿਰਫ ਉਹਨਾਂ ਸਿੱਖ ਔਰਤਾਂ ਨੂੰ ਹੀ ਹੋਏਗੀ ਜਿਹੜੀਆਂ ਸਿਰ ਤੇ ਦੁਮਾਲਾ ਜਾਂ ਦਸਤਾਰ ਸਜਾਉਂਦੀਆਂ ਨੇ। ਬਾਕੀਆਂ ਨੂੰ ਸਿਰ ਤੇ ਹੈਲਮਟ ਪਾਉਣਾ ਪਵੇਗਾ। ਦਾ ਖਾਲਸ ਟੀਵੀ ਦੇ ਵੱਲੋਂ 9 ਦਿਨ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਭਾਵਿਤ ਫੈਸਲੇ ਬਾਰੇ ਪ੍ਰਮੁਖਤਾ ਦੇ ਨਾਲ ਪ੍ਰਾਈਮ ਟਾਈਮ ਦੇ ਵਿੱਚ ਜ਼ਿਕਰ ਕੀਤਾ ਸੀ। ਇਸ ਨਵੇਂ ਨਿਯਮ ਦੇ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਨੋਟੀਫਿਕੇਸ਼ਨ ਦੇ ਮੁਤਾਬਿਕ ਸਾਡੇ ਸੂਤਰ ਦੱਸਦੇ ਨੇ ਕਿ ਦਸਤਾਰ ਸਜਾਉਣ ਵਾਲੇ ਵਿਅਕਤੀ ਨੂੰ ਹੀ ਹੈਲਮਟ ਤੋਂ ਛੋਟ ਦਿੱਤੀ ਜਾਵੇਗੀ, ਜਦਕਿ ਦਸਤਾਰ ਜਾਂ ਦੁਮਾਲਾ ਨਾ ਸਜਾਉਣ ਵਾਲੀਆਂ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣਾ ਲਾਜ਼ਮੀ ਹੋਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਬਿਨਾਂ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਵੀ ਦੁਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਦੇ ਲਈ ਹੈਲਮਟ ਲਾਜ਼ਮੀ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਵਿੱਚ ਉੱਚ ਅਦਾਲਤ ਦਾ ਫੈਸਲਾ 2018 ਦੇ ਵਿੱਚ ਹੀ ਲਾਗੂ ਕਰ ਦਿੱਤਾ ਗਿਆ ਸੀ, ਪਰ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਤਾਂ ਉਸ ਵੇਲੇ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਖਲ ਤੋਂ ਬਾਅਦ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਸੀ। ਜਿਨ੍ਹਾਂ ਦੇ ਨਾਮ ਨਾਲ ਸਿੰਘ ਜਾਂ ਕੌਰ ਲੱਗਦਾ ਹੈ ਉਹਨਾਂ ਨੂੰ ਛੋਟ ਹੈ। ਕੌਂਸਲ ਨੇ ਸ਼ਹਿਰ ਵਿਚਲੀ ਭੀੜ ਵਾਲੀਆਂ ਸੜਕਾਂ ਉੱਤੇ ਵਾਹਨ ਰੋਕਣ ਜਾਂ ਖੜਾਉਣ ਉੱਤੇ ਪਾਬੰਦੀ ਲਾ ਦਿੱਤੀ ਹੈ। ਸ਼ਹਿਰ ਵਿਚਲੇ ਸਕੂਲਾਂ ਅਤੇ ਹਸਪਤਾਲਾਂ ਦੇ ਨੇੜੇ ਦੀਆਂ ਸੜਕਾਂ ਉੱਤੇ ਟ੍ਰੈਫਿਕ ਨਿਯਮ ਲਾਗੂ ਕਰਾਉਣ ਅਤੇ ਟ੍ਰੈਫਿਕ ਨੂੰ ਆਸਾਨੀ ਦੇ ਨਾਲ ਚੱਲਣ ਦੇਣ ਦੇ ਲਈ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਖੰਨਾ ਦੇ ਵਿੱਚ ਇੱਕ ਜਾਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ। ਪੁਲਿਸ ਨੇ 2 ਮੁਲਜ਼ਮਾਂ ਨੂੰ 5800 ਰੁਪਏ ਦੀ ਜਾਲੀ ਕਰੰਸੀ ਸਣੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕੋਲੋਂ ਇੱਕ ਪ੍ਰਿੰਟਰ ਤੇ ਸਕੈਨਰ ਵੀ ਬਰਾਮਦ ਹੋਇਆ। ਗ੍ਰਿਫਤਾਰ ਹੋਏ ਮੁਲਜ਼ਮਾਂ ਦੇ ਖਿਲਾਫ 2020 ਦੇ ਵਿੱਚ ਪਾਤੜਾ ਥਾਣਾ ਦੇ ਵਿੱਚ ਵੀ ਕੇਸ ਦਰਜ ਹੋਇਆ ਸੀ। ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਬੱਸ ਸਟੈਂਡ ਨੇੜੇ ਪੁਲਿਸ ਗਸ਼ਤ ਦੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਇੱਥੇ ਜਾਲੀ ਕਰੰਸੀ ਛਾਪਣ ਦਾ ਧੰਦਾ ਚਲਾ ਰਹੇ ਨੇ। ਦੁਪਹੀਆ ਵਾਹਨਾਂ ਦੀ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਉਹ ਸ਼ਾਮਿਲ ਨੇ। ਇਹਨਾਂ ਤੋਂ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ, ਜਦਕਿ ਬਾਕੀ ਦੇ ਮੁਲਜ਼ਮ ਹਾਲੇ ਫਰਾਰ ਨੇ। ਅੰਮ੍ਰਿਤਸਰ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਨੇ ਅਟਾਰੀ ਬਾਰਡਰ ਦੇ ਨੇੜਿਓਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਕੇ ਨਸ਼ਾ ਤਸਕਰੀ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ। ਅਟਾਰੀ ਬਾਰਡਰ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਨੇਸ਼ਠਾ ਸਥਿਤ ਇੱਕ ਸਕੂਲ ਦੇ ਗਰਾਊਂਡ ਦੇ ਵਿੱਚ ਡਰੋਨ ਜ਼ਰੀਏ ਇੱਕ ਬੈਗ ਸੁੱਟਿਆ ਗਿਆ ਸੀ। ਬੈਗ ਦੇ ਵਿੱਚੋਂ 9 ਪੈਕੇਟ ਹੈਰੋਇਨ ਬਰਾਮਦ ਹੋਈ ਹੈ। ਕਰੀਬ 5 ਕਿਲੋ ਦੱਸੀ ਜਾ ਰਹੀ ਹੈ। ਜ਼ਬਤ ਕੀਤੀ ਹੈਰੋਇਨ ਦੀ ਜਿਹੜੀ ਕੀਮਤ ਹੈ ਕੌਮਾਂਤਰੀ ਪੱਧਰ ਤੇ ਉਹ 25 ਕਰੋੜ ਦੱਸੀ ਜਾ ਰਹੀ ਹੈ। ਕੈਨੇਡੀਅਨ ਪੁਲਿਸ ਨੇ ਵੈਨਕੂਵਰ ਦੇ ਸਰੀ ਦੇ ਵਿੱਚ ਉੱਗੇ ਸਿੱਖ ਕਾਰੋਬਾਰੀ ਰੁਪਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਦੇ ਵਿੱਚ 2 ਜਣਿਆਂ ਨੂੰ ਆਖਿਰਕਾਰ ਗ੍ਰਿਫਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਯਾਨੀ ਕਿ RCMP ਨੇ ਸਰੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਐਪਸਫੋਰਡ ਤੋਂ ਟੈਨਰ ਫੌਕਸ 21 ਅਤੇ ਨਿਊ ਵੈਸਟਮਿਨਿਸਟਰ ਦੇ ਵੈਨਕੂਵਰ ਉਪਨਗਰ ਤੋਂ ਜੋਸ ਲੋਪੇਜ਼ 23 ਸਾਲ ਦਾ ਹੈ, ਯਾਨੀ ਕਿ 21 ਸਾਲ ਤੇ 23 ਸਾਲ ਦੇ 2 ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ। ਪੁਲਿਸ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ ਕਿ ਅਸੀਂ ਇਸ ਕਤਲ ਦੇ ਸੰਬੰਧ ਵਿੱਚ ਦੋਵਾਂ ਮਸ਼ਕੂਕਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਪੁਲਿਸ ਨੂੰ ਇਹਨਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਦੱਸਿਆ ਕਿ ਜਾਂਚ ਦਾ ਨਤੀਜਾ ਜੋ ਵੀ ਹੋਵੇ, ਅਸੀਂ ਇੱਕ ਮਹਾਨ ਵਿਅਕਤੀ ਨੂੰ, ਮਹਾਨ ਸਿੱਖ ਨੂੰ ਗੁਆ ਦਿੱਤਾ ਹੈ। ਘਨੌਲੀ ਤੋਂ ਖਬਰ ਹੈ, ਜਿੱਥੇ ਪਿੰਡ ਦਸ਼ਮੇਸ਼ ਨਗਰ ਕਲੋਨੀ ਦੇ ਵਿੱਚ
ਵਿੱਚ ਇੱਕ ਸੇਵਾ ਮੁਕਤ ਪ੍ਰਿੰਸੀਪਲ ਅਤੇ ਪ੍ਰਸਿੱਧ ਸਾਹਿਤਕਾਰ ਤੇ ਕਹਾਣੀਕਾਰ ਗੁਲਵੰਤ ਸਿੰਘ ਮਲੌਦਵੀ ਨੇ ਫਾਹਾ ਲੈ ਕੇ ਆਪਣਾ ਜੀਵਨ ਖਤਮ ਕਰ ਦਿੱਤਾ ਹੈ। ਪੁਲਿਸ ਚੌਂਕੀ ਘਨੌਲੀ ਦੇ ਇੰਚਾਰਜ ਗੁਰਮੁਖ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਜੇਬ ਚੋਂ ਮਿਲੇ ਨੋਟ ਦੇ ਮੁਤਾਬਿਕ ਉਹ ਆਪਣੀ ਅੱਖ ਦੀ ਬਿਮਾਰੀ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਤੋਂ ਪਰੇਸ਼ਾਨ ਸੀ, ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ। ਉਹਨਾਂ ਦੱਸਿਆ ਕਿ ਪੁਲਿਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਮੁਤਾਬਿਕ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਪਟਿਆਲਾ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਹਾਦਸੇ ਦਾ ਕਾਰਨ ਡਰਾਈਵਰ ਦਾ ਹਾਰਟ ਅਟੈਕ ਰਿਹਾ ਹੈ। ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਹ ਹਾਦਸਾ ਵਾਪਰਿਆ। ਦੇਵੀਗੜ੍ਹ ਦੇ ਵਿੱਚ ਚੱਲਦੀ ਬੱਸ ਦੇ ਵਿੱਚ ਡਰਾਈਵਰ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਡਰਾਈਵਰ ਦੀ ਡਰਾਈਵਿੰਗ ਸੀਟ ਤੇ ਹੀ ਮੌਤ ਹੋ ਗਈ। ਬੇਕਾਬੂ ਹੋ ਕੇ ਬੱਸ ਸੜਕ ਕਿਨਾਰੇ ਰੁੱਖ ਦੇ ਨਾਲ ਟਕਰਾ ਗਈ। ਬੱਸ ਸਵਾਰ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਣ ਦੀ ਰਾਹਤ ਵਾਲੀ ਖਬਰ ਵੀ ਹੈ। ਬੁਲੇਟਿਨ ਦੇ ਵਿੱਚ ਪੰਜਾਬ ਤੋਂ ਖਾੜੀ ਮੁਲਕਾਂ ਨੂੰ ਜਾਣ ਵਾਲੇ ਯਾਤਰੀਆਂ ਦੇ ਲਈ ਇੱਕ ਬੁਰੀ ਖਬਰ ਹੈ। 에ਅਰਲਾਈਨਸ ਇੰਡੀਗੋ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰੋਜ਼ਾਨਾ ਸ਼ਾਰਜਾ ਜਾਣ ਵਾਲੀ ਫਲਾਈਟ ਬੰਦ ਕਰਨ ਦਾ ਫੈਸਲਾ ਲਿਆ ਹੈ। 31 ਜੁਲਾਈ ਨੂੰ ਅੰਮ੍ਰਿਤਸਰ ਤੋਂ ਇਹ ਫਲਾਈਟ ਆਪਣੀ ਅਖੀਰਲੀ ਉਡਾਣ ਭਰੇਗੀ। 1 ਅਗਸਤ ਤੋਂ ਸਾਰੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਫਲਾਈਟ ਕਿਉਂ ਬੰਦ ਕੀਤੀ ਜਾ ਰਹੀ ਹੈ, ਇਸ ਬਾਰੇ ਇੰਡੀਗੋ ਨੇ ਅਧਿਕਾਰੀ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇੰਡੀਗੋ ਦੀ ਫਲਾਈਟ ਨੰਬਰ 6E476E48 ਅੰਮ੍ਰਿਤਸਰ ਤੋਂ ਰੋਜ਼ਾਨਾ ਸ਼ਾਰਜਾ ਦੇ ਲਈ ਉਡਾਣ ਭਰਦੀ ਸੀ। ਅੰਮ੍ਰਿਤਸਰ ਤੋਂ ਸ਼ਾਰਜਾ ਜਾਣ ਵਾਲੀ ਇਕੱਲੀ ਫਲਾਈਟ ਸੀ। ਅੰਮ੍ਰਿਤਸਰ ਤੋਂ ਦੁਪਹਿਰੇ 12:30 ਵਜੇ ਉਡਾਣ ਭਰਦੀ ਸੀ। ਸ਼ਾਰਜਾ ਦੁਪਹਿਰੇ ਪੌਣੇ 4 ਵਜੇ ਪਹੁੰਚ ਜਾਂਦੀ ਸੀ ਤੇ ਹੁਣ ਇਹ ਫਲਾਈਟ ਬੰਦ ਹੋਣ ਤੋਂ ਬਾਅਦ ਅੰਮ੍ਰਿਤਸਰ ਤੋਂ ਸ਼ਾਰਜਾ ਨੂੰ ਜੋੜਨ ਵਾਲੀ ਸਿਰਫ 에ਅਰ ਇੰਡੀਆ ਐਕਸਪ੍ਰੈਸ ਫਲਾਈਟ ਹੀ ਬਚੀ ਹੈ। ਇਹ ਫਲਾਈਟ ਹਫ਼ਤੇ ਵਿੱਚ 3 ਦਿਨ ਹੀ ਸ਼ਾਰਜਾ ਦੇ ਲਈ ਉਡਾਣ ਭਰਦੀ ਹੈ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਹੋਰ ਵੱਡੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਪੁਲਿਸ ਨੇ ATS ਗੁਜਰਾਤ ਨੂੰ 126 ਕਿਲੋ ਹੈਰੋਇਨ ਦੇ ਮਾਮਲੇ ਦੇ ਵਿੱਚ ਲੋੜੀਂਦੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ। 9.5 ਲੱਖ ਰੁਪਏ ਦੀ ਡਰੱਗ ਮਨੀ, 128 ਗ੍ਰਾਮ ਹੈਰੋਇਨ ਵੀ ਇਸ ਦੇ ਕੋਲੋਂ ਜ਼ਬਤ ਕੀਤੀ ਹੈ। ਪੁਲਿਸ ਨੇ ਗੁਜਰਾਤ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਗਈ ਕਾਰ ਵੀ ਜ਼ਬਤ ਕਰ ਲਈ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪੰਜਾਬ ਦੇ ਵਿੱਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੀ ਇੱਕ ਹੋਰ ਵੱਡੀ ਸਫਲਤਾ ਦੱਸਿਆ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ ਤੁਹਾਨੂੰ ਦੱਸਦੇ ਨੇ। ਹਾਂ, ਸਭ ਤੋਂ ਪਹਿਲਾਂ ਲੋਕ ਸਭਾ ਤੇ ਰਾਜ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਸ ਤੇ ਨਜ਼ਰ ਮਾਰਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਰੋਜ਼ਾਨਾ ਹੀ ਹੰਗਾਮੇ ਹੋ ਰਹੇ ਨੇ। ਜਦੋਂ ਤੋਂ ਸਦਨ ਸ਼ੁਰੂ ਹੋਇਆ ਹੈ, ਸੈਸ਼ਨ ਸ਼ੁਰੂ ਹੋਇਆ ਹੈ, ਲਗਾਤਾਰ ਹਰ ਦਿਨ ਹੰਗਾਮੇ ਹੀ ਚੱਲ ਰਹੇ ਨੇ। ਬੀਜੇਪੀ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਲੀਡਰ ਅਧੀਰ ਰੰਜਨ ਚੌਧਰੀ ਦੇ ਵੱਲੋਂ ਸਦਨ ਦੇ ਬਾਹਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬਾਰੇ ਕੀਤੀ ਟਿੱਪਣੀ ਨੂੰ ਕਬਾਇਲੀ ਅਤੇ ਗਰੀਬ ਵਿਰੋਧੀ ਕਰਾਰ ਦਿੱਤਾ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਾਫੀ ਮੰਗਣ ਦੀ ਮੰਗ ਕੀਤੀ। ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਬੋਲ ਬੁਲਾਰੇ ਦੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰੇ 12 ਵਜੇ ਤੱਕ ਮੁਲਤਵੀ ਵੀ ਕੀਤੀ ਗਈ। ਸਵੇਰੇ 11 ਵਜੇ ਜਦੋਂ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਸਦਨ ਦੇ ਵਿੱਚ ਕਾਂਗਰਸੀ ਲੀਡਰ ਅਧੀਰ ਰੰਜਨ ਚੌਧਰੀ ਨੇ ਦੇਸ਼ ਦੀ ਪਹਿਲੀ ਮਹਿਲਾ ਕਬਾਇਲੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰਾਸ਼ਟਰੀ ਪਤਨੀ ਕਹਿ ਕੇ ਅਪਮਾਨਿਤ ਕੀਤਾ ਹੈ। ਇਰਾਨੀ ਨੇ ਕਿਹਾ ਕਿ ਚੌਧਰੀ ਨੇ ਮੁਰਮੂ ਦਾ ਸੜਕ ਤੇ ਜਾ ਕੇ ਅਪਮਾਨ ਕੀਤਾ ਹੈ, ਜੋ ਕਿ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਿਕ ਅਹੁਦੇ ਤੇ ਹਨ। ਦੁਪਹਿਰੇ 12 ਵਜੇ ਤੱਕ ਵੀ ਪਹਿਲਾਂ ਵਾਲੇ ਹਾਲਾਤ ਹੀ ਲੋਕ ਸਭਾ ਦੇ ਰਹੇ ਤੇ ਸਦਨ ਨੂੰ ਸ਼ਾਮ 4 ਵਜੇ ਤੱਕ ਲਈ ਉਠਾ ਦਿੱਤਾ ਗਿਆ ਸੀ। ਤੇ ਇਸ ਹੰਗਾਮੇ ਤੋਂ ਬਾਅਦ ਕਾਂਗਰਸ ਲੀਡਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬਾਰੇ ਆਪਣੀ ਟਿੱਪਣੀ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਮੇਰੇ ਮੂੰਹੋਂ ਗਲਤੀ ਦੇ ਨਾਲ ਇਹ ਸ਼ਬਦ ਨਿਕਲ ਗਿਆ ਤੇ ਬੀਜੇਪੀ ਦੇ ਕੋਲ ਤਾਂ ਕੋਈ ਮੁੱਦਾ ਹੀ ਨਹੀਂ ਹੈ, ਇਸ ਲਈ ਉਹ ਇਸ ਨੂੰ ਬਿਨਾਂ ਮਤਲਬ ਚੁੱਕ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਤੇ ਚਾਹੇ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਬੈਠੇ, ਮੈਂ ਉਸ ਦਾ ਪੂਰਾ ਸਤਿਕਾਰ ਕਰਦਾ ਹਾਂ। ਕਹਿੰਦੇ ਮੈਂ ਬੰਗਾਲੀ ਹਾਂ, ਹਿੰਦੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਇਸ ਕਰਕੇ ਮੈਂ ਬੋਲਣ ਦੇ ਵਿੱਚ ਗਲਤੀ ਕੀਤੀ ਹੈ, ਮੈਂ ਇਸ ਨੂੰ ਮੰਨਦਾ ਹਾਂ। ਰਾਸ਼ਟਰਪਤੀ ਤੋਂ ਮੈਂ ਸਮਾਂ ਮੰਗਿਆ ਹੈ, ਮੈਂ ਉਹਨਾਂ ਤੋਂ ਮਾਫੀ ਮੰਗਾਂਗਾ, ਪਰ ਮੈਂ ਇਹਨਾਂ ਬੀਜੇਪੀ ਵਾਲੇ ਪਖੰਡੀਆਂ ਤੋਂ ਮਾਫੀ ਨਹੀਂ ਮੰਗਾਂਗਾ। ਮੇਰੀ ਜ਼ੁਬਾਨ ਨੇ ਟਪਲਾ ਖਾਦਾ ਹੈ, ਪਰ ਬੀਜੇਪੀ ਨੇ ਮੁੱਦਾ ਬਣਾ ਲਿਆ। ਮੈਂ ਰਾਸ਼ਟਰਪਤੀ ਤੋਂ ਜ਼ਰੂਰ ਮਾਫੀ ਮੰਗਾਂਗਾ। ਦਰਅਸਲ ਉਹਨਾਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰਾਸ਼ਟਰੀ ਪਤਨੀ ਕਹਿ ਕੇ ਸੰਬੋਧਨ ਕੀਤਾ ਸੀ। ਸੋ ਬੀਜੇਪੀ ਲਗਾਤਾਰ ਸੋਨੀਆ ਗਾਂਧੀ ਤੋਂ ਮਾਫੀ ਦੀ ਮੰਗ ਕਰਨ ਲੱਗੀ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਸਾਡੀ ਪਾਰਟੀ ਦੇ ਲੀਡਰ ਅਧੀਰ ਰੰਜਨ ਚੌਧਰੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬਾਰੇ ਕੀਤੀ ਗਈ ਟਿੱਪਣੀ ਤੇ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ, ਇਸ ਕਰਕੇ ਮੇਰਾ ਮਾਫੀ ਮੰਗਣ ਦੀ ਕੋਈ ਤੁੱਕ ਨਹੀਂ ਬਣਦੀ, ਉਹ ਖੁਦ ਹੀ ਮਾਫੀ ਮੰਗ ਚੁੱਕੇ ਨੇ। ਸੈਸ਼ਨ ਦੀ ਕਾਰਵਾਈ ਦੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਲਗਾਤਾਰ ਜਿਹੜੇ ਸੰਸਦ ਹੈਗੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਲੋਕ ਸਭਾ ਦੇ ਵਿੱਚੋਂ ਵੀ ਕਈ ਜਿਹੜੇ ਸੰਸਦ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਵੱਡੀ ਗਿਣਤੀ ਹੈ ਤੇ ਮੱਛਰਾਂ ਤੇ ਗਰਮੀ ਦੇ ਬਾਵਜੂਦ CPI ਦੇ ਸੰਤੋਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸਮੇਤ 5 ਸਸਪੈਂਡਡ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਨੇੜੇ ਰਾਤ ਕੱਟੀ। TMC ਦੇ ਡੋਲਾ ਸੇਨ ਤੇ ਸ਼ਾਂਤਨੂ ਸੇਨ ਅੱਧੀ ਰਾਤ ਤੱਕ ਉੱਥੇ ਸਨ।
ਅਧਿਕਾਰੀਆਂ ਦੇ ਵੱਲੋਂ ਟੈਂਟ ਦੀ ਇਜਾਜ਼ਤ ਨਾ ਦੇਣ ਕਰਕੇ 24 ਸੰਸਦ ਮੈਂਬਰ ਅਸਮਾਨ ਦੇ ਹੇਠ ਹੀ ਸੌਂ ਗਏ। ਇਹਨਾਂ ਮੁਅੱਤਲ ਮੈਂਬਰਾਂ ਦੇ ਵਿੱਚ ਰਾਜ ਸਭਾ ਦੇ 20 ਤੇ ਲੋਕ ਸਭਾ ਦੇ 4 ਮੈਂਬਰ ਸ਼ਾਮਿਲ ਨੇ। TMC ਸੰਸਦ ਮੈਂਬਰ ਮੌਸਮ ਨੂਰ ਜੋ ਸੰਸਦ ਮੈਂਬਰਾਂ ਦੇ ਲਈ ਚਾਹ ਲੈ ਕੇ ਆਏ, ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰ ਮਾਫੀ ਨਹੀਂ ਮੰਗਣਗੇ, ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਪੱਛਮੀ ਬੰਗਾਲ ਤੋਂ ਖਬਰ ਹੈ ਜਿੱਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਦੇ ਵਿੱਚ ਮੰਤਰੀ ਪਾਰਥ ਚੈਟਰਜੀ ਨੂੰ ਬਰਖਾਸਤ ਕਰ ਦਿੱਤਾ ਗਿਆ। ਉਹਨਾਂ ਦੇ ਮੰਤਰਾਲਿਆਂ ਨੂੰ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦੇਖਣਗੇ। ਇਸ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਵੀਰਵਾਰ ਨੂੰ ਮੰਗ ਕੀਤੀ ਕਿ SSC ਘਪਲੇ ਦੀ ਜਾਂਚ ਸੰਬੰਧੀ ਗ੍ਰਿਫਤਾਰ ਸੂਬੇ ਦੇ ਮੰਤਰੀ ਪਾਰਥ ਚੈਟਰਜੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਪਾਰਟੀ ਦੇ ਬੁਲਾਰੇ ਨੇ ਟਵੀਟ ਕੀਤਾ ਕਿ ਪਾਰਥ ਚੈਟਰਜੀ ਨੂੰ ਤੁਰੰਤ ਮੰਤਰੀ ਮੰਡਲ ਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ। ਜੇ ਮੇਰਾ ਬਿਆਨ ਗਲਤ ਲੱਗੇ ਤਾਂ ਪਾਰਟੀ ਮੈਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਵੀ ਹੱਕ ਰੱਖਦੀ ਹੈ। ਮੈਂ ਤ੍ਰਿਣਮੂਲ ਕਾਂਗਰਸ ਦੇ ਸਿਪਾਹੀ ਵਾਂਗ ਕੰਮ ਕਰਦਾ ਰਹਾਂਗਾ। ਅਗਲੀ ਖਬਰ ਵੀ ਪੱਛਮੀ ਬੰਗਾਲ ਤੋਂ ਹੀ ਹੈ ਜਿੱਥੇ ED ਨੇ ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ਚੋਂ 27.5 ਕਰੋੜ ਦੇ ਲਗਭਗ ਰੁਪਈਏ ਅਤੇ 6 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਨੇ। ਮੁਖਰਜੀ ਨੂੰ ਗ੍ਰਿਫਤਾਰ ਪੱਛਮੀ ਬੰਗਾਲ ਤੇ ਮੰਤਰੀ ਪਾਰਥ ਚੈਟਰਜੀ ਦਾ ਕਰੀਬੀ ਮੰਨਿਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਬੇਲਕਾਰੀਆ ਦੇ ਅਪਾਰਟਮੈਂਟ ਤੋਂ ਨਕਦੀ ਬਰਾਮਦ ਕੀਤੀ ਗਈ। ਰਾਤ ਭਰ ਦੀ ਗਿਣਤੀ ਤੋਂ ਬਾਅਦ ਇਹ 87 ਕਰੋੜ 90 ਲੱਖ ਰੁਪਏ ਨਿਕਲੇ। ਉਹਨਾਂ ਕਿਹਾ ਕਿ ਜਾਂਚ ਟੀਮ ਸੋਨੇ ਦੇ ਗਹਿਣਿਆਂ ਦੀ ਕੀਮਤ ਦਾ ਪਤਾ ਲਗਾ ਰਹੀ ਹੈ। ਜਾਂਚ ਏਜੰਸੀ ਨੇ 5 ਦਿਨ ਪਹਿਲਾਂ ਦੱਖਣੀ ਕੋਲਕਾਤਾ ਦੇ ਟਾਲੀਗੰਜ ਇਲਾਕੇ ਵਿੱਚ ਮੁਖਰਜੀ ਦੇ ਹੋਰ ਫਲੈਟ ਤੋਂ ਗਹਿਣੇ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 21 ਕਰੋੜ ਦੀ ਨਕਦੀ ਵੀ ਬਰਾਮਦ ਕੀਤੀ ਸੀ। ਮੱਧ ਪ੍ਰਦੇਸ਼ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਹੈ ਕਿਉਂਕਿ ਇੱਥੇ ਕੋਵਿਡ ਵੈਕਸੀਨੇਸ਼ਨ ਦੇ ਇੱਕ ਕੈਂਪ ਦੌਰਾਨ ਪ੍ਰਾਈਵੇਟ ਸਕੂਲ ਦੇ ਵਿੱਚ 39 ਬੱਚਿਆਂ ਨੂੰ ਇੱਕ ਹੀ ਸਿਰਿੰਜ ਦੇ ਨਾਲ ਟੀਕੇ ਲਾ ਦਿੱਤੇ ਗਏ। ਇਹ ਘਟਨਾ ਸਾਗਰ ਸ਼ਹਿਰ ਦੇ ਨਿੱਜੀ ਸਕੂਲ ਦੇ ਵਿੱਚ ਵਾਪਰੀ ਹੈ। ਬੁੱਧਵਾਰ ਨੂੰ ਕੁਝ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਟੀਕਾ ਲਗਾਉਣ ਲਈ ਉਸੇ ਸਿਰਿੰਜ ਦੀ ਵਰਤੋਂ ਕਰਦੇ ਹੋਏ ਮੁਲਾਜ਼ਮ ਨੂੰ ਦੇਖਿਆ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ਹਿਰ ਦੇ ਜੈਨ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਮੈਗਾ ਟੀਕਾਕਰਨ ਮੁਹਿੰਮ ਦੌਰਾਨ ਵਾਪਰੀ ਹੈ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਟੀਕਾ ਲਾਉਣ ਵਾਲੇ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਉਸ ਦੀ ਪਛਾਣ ਜਤਿੰਦਰ ਅਹੀਰਵਰ ਵਜੋਂ ਹੋਈ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ 15 ਸਾਲ ਤੇ ਉਸ ਤੋਂ ਵੱਧ ਉਮਰ ਦੇ 39 ਬੱਚੇ 9ਵੀਂ ਤੋਂ 12ਵੀਂ ਜਮਾਤ ਦੇ ਸਨ। ਮਾਪਿਆਂ ਨੇ ਰੋਸ ਪ੍ਰਗਟ ਕੀਤਾ ਤਾਂ ਮੁਲਜ਼ਮ ਫਰਾਰ ਹੋ ਗਿਆ। ਘਟਨਾ ਬਹੁਤ ਵੱਡੀ ਹੈ ਕਿ ਇੱਕ ਸਿਰਿੰਜ ਦੇ ਨਾਲ 39 ਬੱਚਿਆਂ ਨੂੰ ਇੰਜੈਕਸ਼ਨ ਲਾ ਦਿੱਤੇ ਗਏ। ਉੱਤੋਂ ਕਰੋਨਾ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਇਹਤਿਆਤ ਰੱਖਣ ਦੇ ਆਦੇਸ਼ ਜਾਰੀ ਹੁੰਦੇ ਨੇ ਤੇ ਦੂਸਰੇ ਪਾਸੇ ਜਿਹੜੇ ਸਿਹਤ ਮੁਲਾਜ਼ਮ ਨੇ ਇੰਨੀ ਵੱਡੀ ਅਣਗਹਿਲੀ ਕਰ ਜਾਂਦੇ ਨੇ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਜਾਂਦੇ ਨੇ, ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਬੁਲੇਟਿਨ ਦੇ ਵਿੱਚ ਜਾਂਦੇ ਜਾਂਦੇ ਅਮਰੀਕਾ ਦੇ ਸਿਆਟਲ ਤੋਂ ਇੱਕ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ 49 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੇ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਨਾਲ ਹੀ ਪਿੱਛਾ ਵੀ ਕੀਤਾ ਸੀ। ਇਹ ਦੋਸ਼ ਲੱਗਿਆ ਸੀ। ਕਿੰਗ ਕਾਉਂਟੀ ਪ੍ਰੋਸੀਕਿਊਟਿੰਗ ਅਟਾਰਨੀ ਦੇ ਦਫ਼ਤਰ ਮੁਤਾਬਿਕ ਪੁਲਿਸ ਜਾਂਚ ਟੀਮ ਦੇ ਵੱਲੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਬੁੱਧਵਾਰ ਨੂੰ ਬ੍ਰੈਟ ਫੋਰਸਲ ਖਿਲਾਫ ਦੋਸ਼ ਆਇਦ ਕੀਤੇ ਗਏ ਸਨ। ਫੋਰਸਲ ਨੂੰ 9 ਜੁਲਾਈ ਨੂੰ ਦੇਰ ਰਾਤ ਜੈਪਾਲ ਦੇ ਸਿਆਟਲ ਘਰ ਦੇ ਬਾਹਰ ਕਥਿਤ ਤੌਰ ਤੇ ਅਸ਼ਲੀਲ ਸ਼ਬਦ ਕਹਿਣ ਅਤੇ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।